वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ साहिब सच्चे पातशाह जी की सुभागी गोद विच बड़ी शरधा ते शिद्दत दे नाल शाम दे दीवाना विच आप जी जुड़ बैठे हो। शुभ कर्मां द्वारा ये समा प्राप्त होया है। आओ इस वक्त नूं सुहेला बनाइए। चल रही सतगुरां दी पावन अमृतमयी कथा जिस विचों आप जी ने सरवण कीता। जदों सतगुरां दे कोलों आग्या लैके भाई मरदाना जी मक्के दे प्रवेश द्वार ते पहुंचे, काबा शरीफ दे मज़ौरां ने उन्हां नूं अंदर जाण ही ना दिता। उस समय दीयां रवायतां दे मुताबक अखां ते पट्टी बन के संग असवद नूं चुमिया जांदा सी, पर भाई मरदाना जी नूं इह कतई प्रवान नहीं। वापस आ गए। सतगुर कहंदे मरदानिया मुड़ भी आए। कहंदे बाबा लोकां दी अखां ते पट्टी बन के भेजदे आ ते वेखण दा जाण दा फायदा की है? एडी दूरों आए आ, मैं अखां खुलियां नाल वेखना चाहुंदा पर जाण नहीं दिंदे, किरपा करो आप। सतगुर कहंदे जा मरदानिया तैनूं कोई वेख नहीं सकदा, तू सब नूं वेखेगा। गुरु पातशाह दा वचन कमाउंदे होए भाई मरदाना जी गए। किसे मज़ौर ने भाई मरदाने नूं वेखिया ही ना। अखां खुलियां दे नाल खाना काबा विच आए ने, सब कुछ वेखिया, घूमे फिरे ने, दिल दी रीझ ला के बड़े प्रसन्न होके बाहर आउणा चाहुंदे आ भी चलो गुरु पातशाह दी किरपा हो गई, दीदार है काबा। इन्हां सारे प्रकरणां नूं आप जी ने बड़े विस्तार सहित सरवण कीता है। आओ ध्यान करके चलिए उस पावन अस्थान मक्के की यात्रा। पाओ प्रेम दी सांझ आसीस बख्शो, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सोया अंतर जाय के देखत क्या, एक पाहन मूरत पूर तरी। गुरु नानक साहब भाई मरदाना जी नूं दरवाजे तो बाहर आउंदियां वेख मुस्कुरा पए। कहंदे मरदानिया गया भी छेती ते आ भी छेती गया। कहंदा बाबा ਐਵੇਂ ਅੱਖਾਂ ਤੇ ਪੱਟੀਆਂ ਬੰਨ੍ਹਦੇ ਸੀ, ਅੰਦਰ ਤੇ ਵੇਖਣ ਨੂੰ ਹੈ ਹੀ ਕੁਝ ਨਹੀਂ। ਮੈਂ ਤੇ ਸਿਰਫ ਇੱਕ ਪੱਥਰ ਵੇਖਿਆ, ਉੱਥੇ ਕੁਝ ਵੀ ਨਹੀਂ। ਸਭ ਧਾਰਮਿਕ ਅਸਥਾਨ ਸਤਿਕਾਰਯੋਗ ਨੇ। ਕੋਈ ਕਿਸੇ ਧਰਮ ਮਜ਼ਹਬ ਦੇ ਬਾਰੇ ਉਂਗਲ ਕਰੇ, ਇਹ ਵੀ ਪੰਥ ਨੂੰ ਖਾਲਸੇ ਨੂੰ ਕਦੇ ਬਰਦਾਸ਼ਤ ਨਹੀਂ। पर जे हुण आपां मक्के दी कल्ली कथा सुना के लंघ जांगे भी गुरु साहब मक्के आ गए,
ਤੁਸੀਂ ਵੀ ਸ਼ਬਦ ਪੜ੍ਹ ਲਿਆ, ਅਸੀਂ ਵੀ ਗਾ ਲਿਆ। ਫੇਰ ਬਾਬਾ ਮੱਕੇ ਗਿਆ। ਮੱਕੇ ਤੇ ਜਾਇਆ ਆ। ਮੱਕਾ ਤੇ ਸ਼ਹਿਰ ਹੈ। ਮੱਕੇ 'ਚ ਰੱਬ ਨੇ ਕੀ ਕੀ ਕੀਤਾ ਤੇ ਕੀ ਕੀ ਵੇਖਿਆ ਤੇ ਕੀ ਕੀ ਵਿਖਾਇਆ, ਜੇ ਉਹਦੇ ਬਾਰੇ ਜਾਣਕਾਰੀ ਨਹੀਂ ਹੋਏਗੀ ਤੇ ਗੱਲ ਅਧੂਰੀ ਹੈ, ਕਿਸੇ ਅਰਥ ਨਹੀਂ ਹੈ। ਹੁਣ ਭਾਈ ਮਰਦਾਨਾ ਕਹਿੰਦੇ ਬਾਬਾ ਉੱਥੇ ਇੱਕ ਕਾਲਾ ਪੱਥਰ ਪਿਆ, ਜਿਹਦੇ ਪਰਥਾਏ ਮੈਂ ਪਰਸੋਂ ਵੀ ਬੇਨਤੀ ਕੀਤੀ। ਉਹ ਪੱਥਰ ਜੋ ਪਹਿਲਾਂ ਸਫੇਦ ਰੰਗ ਦਾ ਸੀ, ਇਸਲਾਮ ਦੀਆਂ ਤਵਾਰੀਖਾਂ ਦੇ ਮੁਤਾਬਕ ਲਿਖਿਆ ਜਾਂਦਾ ਇਹ ਪੱਥਰ ਜੰਨਤ ਤੋਂ ਆਇਆ ਹੋਇਆ, ਸਵਰਗਾਂ। ਕਾਲਾ ਕਿਉਂ ਗਿਆ? ਇਸਲਾਮ ਧਰਮ ਦੇ ਲੋਕਾਂ ਨੇ ਚੁੰਮਿਆ, ਅੱਜ ਵੀ ਚੁੰਮਦੇ ਨੇ, ਜਿਹਨੂੰ ਕਹਿੰਦੇ ਉਹਨਾਂ ਦੀ ਬੋਲੀ ਵਿੱਚ ਬੋਸਾ। ਜਦ ਬੋਸਾ ਦਿੰਦੇ ਆ ਨਾ ਲੋਕਾਂ ਦੇ ਪਾਪਾਂ ਦੇ ਨਾਲ, ਕਹਿੰਦੇ ਉਹ ਪੱਥਰ ਕਾਲਾ ਹੋ ਗਿਆ ਇਸਲਾਮ ਦੀ ਮੰਨਤਾ ਦੇ ਮੁਤਾਬਕ। ਕਿਉਂਕਿ ਜਦੋਂ ਵੀ ਕਿਸੇ ਧਰਮ ਦੀ ਗੱਲ ਕਰੋ, ਜੇ ਨੌਲੇਜ ਹੈ ਤਾਂ ਛੇੜੋ, ਵਰਨਾ ਚੁੱਪ ਹੋ। ਕਿਉਂਕਿ ਅੱਜ ਬੜੀਆਂ ਅਧੂਰੀਆਂ ਗੱਲਾਂ ਕੀਤੀਆਂ ਸਾਡੇ ਧਰਮ ਪ੍ਰਚਾਰ ਦੀਆਂ, ਦੂਜੇ ਧਰਮ ਨੂੰ ਨੀਵਾਂ ਵਿਖਾਉਂਦੀਆਂ, ਤੇ ਫਿਰ ਅਗਲੇ ਸਾਡੇ ਗੁਰੂ ਸਾਹਿਬਾਂ ਤੇ ਉਂਗਲ ਚੁੱਕਦੇ ਆ ਧਰਮ ਅਸਥਾਨਾਂ ਤੇ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਚੀਰ ਫਾੜ ਕਰਨ ਲੱਗੇ ਟਾਈਮ ਨਹੀਂ ਲਾਉਂਦੇ, ਤੇ ਜਦੋਂ ਸਾਡੇ ਤੇ ਕੋਈ ਆਰਾ ਰੱਖਦਾ ਤੇ ਅਸੀਂ ਚੀਕਾਂ ਮਾਰਦੇ। ਆਖਰ ਮੱਕਾ ਹੈ ਕੀ ਹੈ? ਇੱਕ ਸ਼ਹਿਰ ਹੈ। ਹੁਣ ਇਹਦੇ ਵਿੱਚ ਜੋ ਉਹ ਥਾਂ ਹੈ ਜਿਹਨੂੰ ਕਾਬਾ ਸ਼ਰੀਫ ਕਹਿੰਦੇ ਆ, ਪਰ ਇਸਲਾਮ ਕਹਿੰਦਾ ਕਾਬਾ ਸ਼ਰੀਫ ਨਹੀਂ, ਉਹ ਇਹਨੂੰ ਖਾਨਾ ਕਾਬਾ ਕਹਿੰਦੇ ਆ। ਖਾਨਾ ਕਾਬਾ 4500 ਸਾਲ ਪਹਿਲਾਂ ਇਸ ਅਸਥਾਨ ਦੀ ਬੁਨਿਆਦ ਰੱਖੀ ਗਈ। ਇਸਲਾਮ ਕੀ ਤੋਂ ਚੱਲਿਆ? ਬਾਬਾ ਆਦਮ ਤੇ ਬੀਬੀ ਹਵਾ। ਹਜ਼ਰਤ ਆਦਮ ਨੇ ਇਸ ਥਾਂ ਤੇ ਉਸ ਰੱਬ ਦਾ ਘਰ ਬਣਾਇਆ ਜਿਹਨੂੰ ਕਾਬਾ ਕਹਿੰਦੇ ਆ, ਬਿਲਕੁਲ ਛੋਟਾ ਜਿਹਾ ਮਕਾਨ। ਪਰ ਸਦੀਆਂ ਤੋਂ ਬਾਅਦ ਐਸੇ ਜਲਜਲੇ ਆਏ, ਕਿਉਂਕਿ ਇਹ ਇਸਲਾਮ ਦੀਆਂ ਕਿਤਾਬਾਂ 'ਚ ਅੱਜ ਵੀ ਹੈ। ਤੁਸੀਂ ਕਿਤੇ ਵੀ ਪਤਾ ਕਰ ਲਿਓ, ਗੱਲ ਸਰਟੀਫਾਈਡ ਹੋਣੀ ਚਾਹੀਦੀ ਹੈ। ਇੱਕ ਵਕਤ ਐਸਾ ਆਇਆ ਧਰਤੀ ਤੇ, ਕਹਿੰਦੇ ਉਥਲ ਪੁਥਲ ਹੋ ਗਈ, ਮਨੁੱਖਤਾ ਨਾਮ ਦੀ ਚੀਜ਼ ਖਤਮ ਹੋਣ ਲੱਗੀ, ਤੇ ਉਹਦੇ ਵਿੱਚ ਕਾਬਾ ਵੀ ਛੁਪ ਗਿਆ, ਢਹਿ ਢੇਰੀ ਹੋ ਗਿਆ। ਸਿਰਫ ਉਸ ਕਾਬੇ ਦੀਆਂ ਨੀਹਾਂ ਰਹਿ ਗਈਆਂ। ਜਿਸ ਪੱਥਰ ਦਾ ਜ਼ਿਕਰ ਭਾਈ ਮਰਦਾਨਾ ਕਰਦੇ ਆ, ਜਿਹਨੂੰ ਅੱਜ ਵੀ ਪੂਜਿਆ ਜਾਂਦਾ, ਜਿਹਦੇ ਅੱਜ 8 ਟੁਕੜੇ ਸੰਗ ਅਸਵਦ ਦੇ ਕਾਬੇ ਸ਼ਰੀਫ ਦੀ ਖੱਬੀ ਕੰਧ ਵਿੱਚ ਲੱਗੇ ਹੋਏ ਆ, ਚਾਂਦੀ ਦੇ ਕਵਰ ਵਿੱਚ। ਉਹ ਪਾਵਨ ਥਾਂ ਏ, ਜਿਹਦੀ ਇੱਕ ਝਲਕ ਪਾਉਣ ਲਈ, ਦੀਦਾਰ ਕਰਨ ਵਾਸਤੇ ਮੁਸਲਮਾਨ ਸਾਰੀ ਜ਼ਿੰਦਗੀ ਉਹ ਵੀਰ ਤਰਲੋ ਮੱਛੀ ਰਹਿੰਦੇ ਆ। ਭਾਈ ਮਰਦਾਨਾ ਕਹਿੰਦੇ ਬਾਬਾ ਮੈਂ ਉਹ ਤੋਂ ਬਗੈਰ ਕੁਝ ਵੇਖਿਆ ਹੀ ਨਹੀਂ। ਉਦੋਂ ਇਹ ਪੱਥਰ ਸਿਰਫ ਇੱਕ ਰੂਪ ਵਿੱਚ ਸੀ। ਵਕਤ ਦੇ ਮੁਤਾਬਕ ਇਹ ਪੱਥਰ ਉੱਥੋਂ ਚੋਰੀ ਹੋਇਆ, ਕਿਸੇ ਚੋਰ ਨੇ ਚੁਰਾਇਆ, ਉਹਦੇ 8 ਤੋਂ 10 ਟੁਕੜੇ ਹੋ ਗਏ। 8 ਟੁਕੜੇ ਅੱਜ ਵੀ ਖਾਨਾ ਕਾਬਾ ਦੇ ਵਿੱਚ ਮੌਜੂਦ ਹਨ। ਇੱਕ ਮੱਕੇ ਤੋਂ ਬਾਹਰ 300 ਕਿਲੋਮੀਟਰ ਦੂਰ ਮਦੀਨੇ ਦੀ ਮਕਬਰੇ 'ਚ ਲੱਗਾ, ਤੇ 2 ਪੱਥਰ ਹੋਰ ਮਕਬਰਿਆਂ ਤੇ ਲੱਗੇ। ਪਰ ਇਸਲਾਮ ਦੇ ਵਿੱਚ ਇਹ ਸਭ ਤੋਂ ਵੱਧ ਪਵਿੱਤਰ ਤੇ ਪਾਕ ਵਸਤੂ ਹੈ। ਹੁਣ ਇੱਥੇ ਜਿੱਦਾਂ ਜ਼ਿਕਰ ਆਇਆ ਵੀ ਉਸ ਸਮੇਂ ਅੱਖਾਂ ਤੇ ਪੱਟੀ ਬੰਨੀ ਜਾਂਦੀ ਸੀ, ਪਰ ਅੱਜ ਐਸਾ ਕੁਝ ਨਹੀਂ ਹੈ। ਉਦੋਂ ਬੰਨੀ ਜਾਂਦੀ ਹੋਏਗੀ, ਇਸ ਗੱਲ ਦਾ ਵੀ ਇਨਕਾਰ ਨਹੀਂ ਹੈ, ਕਿਉਂਕਿ ਉਦੋਂ ਤੇ ਅੱਜ 'ਚ ਬੜਾ ਫਰਕ ਹੈ। 4500 ਸਾਲ 4500 ਸਾਲ ਪਹਿਲਾਂ ਮੱਕੇ ਦੀ ਬੁਨਿਆਦ ਰੱਖੀ ਜਾਂਦੀ ਕਾਬਾ ਸ਼ਰੀਫ ਦੀ। ਤੇ ਮੁਸਲਮਾਨ ਜਦੋਂ ਹੱਜ ਕਰਦੇ ਆ, ਉਹਨੂੰ ਕਹਿੰਦੇ ਉਮਰਾ ਕਰਨ ਜਾਂਦੇ ਆ। ਕਹਿੰਦੇ ਬਾਬਾ ਮੈਂ ਲੋਕਾਂ ਨੂੰ ਵੇਖਿਆ ਇੱਕ ਕਾਲੇ ਪੱਥਰ ਨੂੰ ਚੁੰਮਦੇ ਹਨ ਤੇ ਇੱਕ ਜਲ ਲੈ ਲੈਂਦੇ ਆ, ਉਹਦੀਆਂ ਪਰਿਕਰਮਾ ਕਰਦੇ ਆ, ਗੇੜਾ ਲਾਉਂਦੇ ਆ, ਮੰਨਤ ਮੰਗਦੇ ਆ, ਉੱਥੇ ਕਲਮਾ ਪੜ੍ਹਦੇ ਆ। ਇਹਨੂੰ ਮੱਕੇ ਦੀ ਯਾਦ ਕਹਿੰਦੇ ਨੇ। ਤੂਸ਼ਨ ਹੋ ਨਿਕਸਾ ਤਬ ਹੀ ਟਿਕ ਆਇਓ ਤਬੈ ਜੈ ਬੈਠੇ ਹਰੀ। ਹੁਣ ਭਾਈ ਮਰਦਾਨਾ ਜੀ ਦੇ ਚਿਹਰੇ ਤੇ ਸ਼ਿਕਨ ਹੈ, ਉਹ ਦਰਸ਼ਨ ਵੀ ਕਰ ਆਏ, ਪਰ ਸਮਝ ਨਹੀਂ ਆਉਂਦੀ। ਵੇਖਦੇ ਬਹੁਤ ਕੁਝ ਆਏ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਫਿਕਰ 'ਚ ਕਿਉਂ ਬੈਠਾ ਹੈ? ਕਹਿੰਦੇ ਬਾਬਾ ਮੈਂ ਤੇ ਹੋਰ ਚਿੰਤਾ 'ਚ ਬਹਿ ਗਿਆ। ਪਹਿਲਾਂ ਤੇ ਇਹ ਚਿੰਤਾ ਸੀ ਵੀ ਮੱਕੇ ਆਏ ਆ, ਦਰਸ਼ਨ ਨਹੀਂ ਹੋਣੇ। ਹੁਣ ਦਰਸ਼ਨ ਕਰਕੇ ਸਮਝ ਨਹੀਂ ਆਉਂਦੀ
ਵੀ ਸਿਰਫ ਇੱਕ ਪੱਥਰ ਨੂੰ ਨਮਸਕਾਰ ਕਰਨ ਵਾਸਤੇ ਐਡੀ ਦੂਰ ਆਉਣਾ ਪੈਂਦਾ? ਮੇਰੀ ਇਹ ਗੱਲ ਸਮਝ ਤੋਂ ਬਾਹਰ ਹੈ। ਕਿਉਂ ਇਹ ਪੱਥਰ ਪੂਜਿਆ ਜਾਂਦਾ ਹੈ? ਇਸਲਾਮ ਦੇ ਵਿੱਚ ਐਡਾ ਪਾਕ ਪਵਿੱਤਰ ਕਿਉਂ ਹੈ? ਬੂਝਤ ਭੇਦ ਮਨ ਕੋ ਜੂ ਮਨੋਰਥ, ਪੂਰਨ ਕੀਨ ਅਬੈ ਕੀ ਬਰੀ। ਪਰ ਸਤਿਗੁਰੂ ਜੀ ਕਿਰਪਾ ਕਰਕੇ ਮੇਰੇ ਮਨ ਦੀ ਮੰਨਤ ਪੂਰੀ ਕਰੋ। ਦੱਸੋ ਤੇ ਸਹੀ ਇਹ ਪੱਥਰ ਕਿੱਥੋਂ ਆਇਆ? ਕਿਉਂ ਪੂਜਿਆ ਜਾਂਦਾ ਹੈ? ਕਾਲਾ ਹੀ ਕਿਉਂ ਹੈ? ਇੱਥੇ ਕਿਉਂ ਰੱਖਿਆ ਹੋਇਆ? ਹੁਣ ਜਿਹੜਾ ਅਗਲਾ ਪੱਖ ਹੈ ਗੁਰੂ ਸਾਹਿਬ ਸੁਣਾਉਣ ਲੱਗੇ ਆ, ਉਹ ਪ੍ਰਚਲਿਤ ਹੈ ਹਿੰਦੁਸਤਾਨ ਵਿੱਚ। ਪਰ ਇਹ ਵੀ ਤੇ ਹੋਣਾ ਚਾਹੀਦਾ ਨਾ ਵੀ ਇਸਲਾਮ ਦੇ ਵਿੱਚ ਕੀ ਪ੍ਰਚਲਿਤ ਹੈ। ਹੁਣ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਵੀ ਸਾਡੇ ਧਰਮ 'ਚ ਬਾਬਾ ਦੀਪ ਸਿੰਘ ਖੰਡਾ ਲੈ ਕੇ ਲੜੇ, ਸਿਰ ਕਟਾ ਕੇ। ਦੂਜੇ ਧਰਮ ਦਾ ਬੰਦਾ ਸਾਨੂੰ ਕੀ ਕਹੇਗਾ? ਪਹਿਲਾਂ ਸਾਨੂੰ ਆਪਣੇ ਧਰਮ ਬਾਰੇ ਦੱਸਣਾ। ਸਾਡੀ ਫਿਲਾਸਫੀ ਕੀ ਹੈ? ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਦੂਜੇ ਦੀ ਸ਼ਹਾਦਤ ਸਾਡੇ ਲਈ ਵੱਡੀ ਨਹੀਂ, ਕਿਉਂਕਿ ਸਾਡੇ ਕੋਲ ਸ਼ਹਾਦਤਾਂ ਬਹੁਤ ਵੱਡੀਆਂ ਤੋਂ ਵੱਡੀਆਂ ਨੇ। ਹੁਣ ਖਾਨਾ ਕਾਬਾ ਜਿਹਦੇ ਪਰਥਾਏ ਅਗਲਾ ਜੇ ਕਰਾਉਣਾ ਹੈ, ਮੈਂ ਇਸਲਾਮ ਦੀਆਂ ਤਵਾਰੀਖਾਂ ਵਿੱਚੋਂ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਜੋ ਤੁਹਾਡੇ ਲਈ ਇਹ ਚੀਜ਼ ਮਹਿਬੂਬ ਹੋਵੇ, ਪਤਾ ਹੋਵੇ। ਜ਼ਿੰਦਗੀ 'ਚ ਅਸੀਂ ਮੱਕੇ ਬਾਰੇ ਕੁਝ ਸੁਣਿਆ, ਮੱਕਾ ਤੇ ਸਾਰੀ ਦੁਨੀਆ ਕਰਦੀ, ਅਸੀਂ ਵੀ ਸਟੇਜਾਂ ਤੇ ਰੌਲਾ ਪਾਉਂਦੇ ਫਿਰਦੇ ਹਾਂ, ਮੱਕੇ ਗਏ, ਫੇਰ ਬਾਬਾ ਮੱਕੇ ਗਿਆ। ਮੱਕੇ ਵਿੱਚ ਕੀ ਕੁਝ ਹੋਇਆ, ਕੀ ਕੁਝ ਵੇਖਿਆ, ਉਹਦੀ ਅਸਲੀਅਤ ਕੀ ਹੈ? ਜਿਵੇਂ 4500 ਸਾਲ ਪਹਿਲਾਂ ਹਜ਼ਰਤ ਆਦਮ ਨੇ ਇਹਦੀ ਸ਼ੁਰੂਆਤ ਕੀਤੀ ਸੀ ਵੀ ਇਹ ਪਾਕ ਪਵਿੱਤਰ ਪੱਥਰ ਹੈ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਪੈਗੰਬਰ ਹੋਏ ਨੇ ਇਬਰਾਹੀਮ। ਉਹਨਾਂ ਦੇ ਪੁੱਤਰ ਦਾ ਨਾਮ ਸੀ ਇਸਮਾਈਲ, ਹਜ਼ਰਤ ਇਸਮਾਈਲ। ਹੁਣ ਪੁੱਤ ਨਾਲ ਪਿਆਰ ਬੜਾ ਕਰਦੇ ਸੀ, ਵਿਆਹ 2 ਤੋਂ 3 ਸੀ ਇਹਨਾਂ ਦੇ। ਇਹਨਾਂ ਦੀ ਬੇਗਮ ਜੋ ਰੂਪ ਕਰਕੇ ਹੁਸੀਨ ਹੈ, ਬੰਦਗੀ ਵਾਲੀ ਹੈ, ਅੱਲਾ 'ਚ ਵਿਸ਼ਵਾਸ ਰੱਖਦੀ ਹੈ, ਜਿਹਦਾ ਨਾਂ ਸੀ ਬੇਗਮਾ ਹਜ਼ਰਤ ਹਾਜ਼ਰਾ। ਇਬਰਾਹੀਮ ਪੈਗੰਬਰ ਦੀ ਬੇਗਮ ਪਤਨੀ ਹਜ਼ਰਤ ਹਾਜ਼ਰਾ। ਹੁਣ ਪਰਮਾਤਮਾ ਇਹਨਾਂ ਨੂੰ ਪਰਖਣਾ ਚਾਹੁੰਦਾ ਵੀ ਪੈਗੰਬਰ ਤੇ ਆ ਗਿਆ ਪੈਗਾਮ ਲੈ ਕੇ, ਕਿਤੇ ਇਹ ਤਾਂ ਨਹੀਂ ਧੀਆਂ ਪੁੱਤਾਂ ਦੇ ਬੋਝ ਤੁਰਿਆ ਹੋਇਆ। ਆਮ ਸ਼ਾਸਤਰ ਕਰਤਾ ਲਿਖਦੇ ਨੇ ਇਬਰਾਹੀਮ ਨੇ ਅੱਖੀਆਂ ਬੰਨੀਆਂ ਸੀ, ਮਾਰਨ ਲੱਗਿਆ ਸੀ ਤਲਵਾਰ ਰੋਇਆ। ਐ ਕਲਗੀਧਰ ਪਿਆਰੇ ਪ੍ਰੀਤਮ, ਤੂੰ ਤਾਂ ਕਦੇ ਵਾਰ ਕੇ ਨਹੀਂ ਪਰਵਾਰ ਹੋਇਆ। ਇਬਰਾਹੀਮ ਵਰਗੇ ਪੈਗੰਬਰ ਜਦੋਂ ਪੁੱਤਰ ਦੇ ਮੋਹ ਵਿੱਚ ਆ ਕੇ ਆਪਣੇ ਪੁੱਤ ਦੀ ਗਰਦਨ ਲਾ ਕੇ ਸੁੱਟਣ ਲੱਗਾ ਨਾ, ਰੱਬ ਕਹਿੰਦਾ ਤੈਨੂੰ ਤਾਂ ਪਰਖਾਂ ਜੇ ਪੁੱਤ ਦੀ ਗਰਦਨ ਲਾਏ। ਕਹਿੰਦੇ ਰੋਇਆ ਸੀ ਉਹ। ਆਖਰਕਾਰ ਅੱਖਾਂ ਤੇ ਪੱਟੀ ਬੰਨੀ, ਪੁੱਤ ਦੀ ਥਾਂ ਤੇ ਬੱਕਰਾ ਜ਼ਿਬਾ ਕੀਤਾ, ਜਿੱਥੋਂ ਈਦ ਤੋਂ ਬਕਰੀਦ ਮਨਾਈ ਜਾਂਦੀ ਹੈ। ਆਖੋ ਸਤਿਨਾਮ। ਉਸ ਦਿਨ ਤੋਂ ਬੱਕਰੇ ਦੀ ਬਲੀ ਚੱਲੀ ਪਰ ਮੋਹ ਲੈ ਬੈਠਾ। ਦੂਜੀ ਪਰਖ ਜਦੋਂ ਹੋਣ ਲੱਗੀ ਨਾ, ਹਜ਼ਰਤ ਹਾਜ਼ਰਾ ਦਾ ਦਿਲ ਬਹੁਤ ਵੱਡਾ ਸੀ। ਉਹ ਕਹਿੰਦੇ ਚਲਦੇ ਚਲਦੇ ਪਤੀ ਪਤਨੀ ਮੱਕੇ ਦੀ ਇਸ ਧਰਤੀ ਤੇ ਆ ਗਏ। ਇੱਥੇ ਤੇ ਸਊਦੀ ਦੇ ਪਹਾੜ ਸੀ, ਇੱਥੇ ਤੇ ਕੁਝ ਵੀ ਹੈ ਹੀ ਨਹੀਂ ਸੀ। ਅੱਲਾ ਦਾ ਫਰਮਾਨ ਆਇਆ, ਜੇ ਤੂੰ ਸੱਚਮੁੱਚ ਮੈਨੂੰ ਪਿਆਰ ਕਰਦਾ ਨਾ, ਤੇਰੀ ਪਰਖ ਹੈ, ਆਪਣੀ ਪਤਨੀ ਤੇ ਪੁੱਤਰ ਹਜ਼ਰਤ ਇਸਮਾਈਲ ਨੂੰ ਇੱਥੇ ਪਹਾੜਾਂ ਵਿੱਚ ਛੱਡ ਕੇ ਜਾ, ਚਲਿਆ ਜਾ ਆਪਣੇ ਮੁਲਕ। ਹੁਣ ਪੈਗੰਬਰ ਹੈ, ਜੇ ਉਹ ਨਹੀਂ ਮੰਨੂ ਰੱਬ ਦੀ ਤੇ ਕੌਣ ਮੰਨੂਗਾ? ਹਜ਼ਰਤ ਹਾਜ਼ਰਾ ਨੂੰ ਕਹਿੰਦਾ ਮੈਨੂੰ ਖੁਦਾ ਦਾ ਇਹ ਫਰਮਾਨ ਆਇਆ। ਉਹ ਕਹਿੰਦੀ ਜੀ ਠੀਕ ਹੈ, ਪਰ ਇੱਥੇ ਤੇ ਪੀਣ ਨੂੰ ਪਾਣੀ ਨਹੀਂ, ਖਾਣ ਨੂੰ ਰੋਟੀ ਨਹੀਂ। ਅੱਜ ਵੀ ਜਾਓ ਅਰਬ ਦੀ ਧਰਤੀ ਤੇ, ਤੇਲ ਸਸਤਾ ਤੇ ਪਾਣੀ ਮਹਿੰਗਾ, ਹੈ ਹੀ ਨਹੀਂ ਪਾਣੀ। ਜ਼ਮੀਨ ਵਿੱਚ ਹੀ ਪਾਣੀ ਨਹੀਂ, ਸਮੁੰਦਰਾਂ ਦੇ ਪਾਣੀ ਨੂੰ ਟ੍ਰੀਟਮੈਂਟ ਕਰਦੇ ਆ, ਕਰੋੜਾਂ ਦੇ ਪ੍ਰੋਜੈਕਟ ਲੱਗੇ ਆ ਤਾਂ ਕਿਤੇ ਪਾਣੀ ਦੁਬਈ ਵਰਗੇ ਸ਼ਹਿਰਾਂ ਵਿੱਚ ਪੀਣ ਨੂੰ ਨਸੀਬ ਹੁੰਦਾ ਹੈ। ਪਰ ਉੱਥੇ ਪਾਣੀ ਭਾਣਾ ਤੇ ਮੰਨਣਾ ਪੈਣਾ। ਹਜ਼ਰਤ ਹਾਜ਼ਰਾ ਤੇ ਆਪਣੇ ਪਿਆਰੇ ਪੁੱਤਰ ਹਜ਼ਰਤ ਇਸਮਾਈਲ ਨੂੰ ਛੱਡ ਕੇ ਇਬਰਾਹੀਮ ਚਲੇ ਗਏ ਰੱਬ ਦੇ ਸਹਾਰੇ। ਆਖਰਕਾਰ 1 ਦਿਨ ਕੱਟਿਆ, 2 ਦਿਨ ਕੱਟਿਆ, ਭੋਜਨ ਮੁੱਕ ਗਿਆ, ਪਾਣੀ ਮੁੱਕ ਗਿਆ। ਬੱਚਾ ਤੜਫੇ ਰੋਵੇ ਤੇ ਮਾਂ ਦੀਆਂ ਆਂਦਰਾਂ ਹੱਥ ਜਾਣ। ਉਹ ਜਿੱਧਰ ਦੌੜ ਕੇ ਜਾਇਆ ਕਰੇ, ਪਾਣੀ ਨਹੀਂ, ਭੋਜਨ ਨਹੀਂ, ਨਾ ਕੋਈ ਊਠਾਂ ਵਾਲਾ ਲੰਘਦਾ, ਨਾ ਕਿਤੇ ਰੇਤਾ, ਨਾ ਕੁਝ ਖਾਣ ਨੂੰ। 7-8 ਦਿਨ ਭੁੱਖੇ ਪਿਆਸਿਆਂ ਬਤੀਤ ਹੋਏ। ਬੱਚੇ ਦੀ ਜਾਨ ਨਿਕਲਣ ਵਾਲੀ ਤੇ ਹਜ਼ਰਤ ਹਾਜ਼ਰਾ ਰੱਬ ਨੂੰ ਉਲਾਂਭਾ ਦਿੰਦੀ, ਰੱਬਾ ਮੇਰਿਆ
किन्नियां कसबट्टियां लाउणियां खुदा जान। आखिरकार वो भज के एक पहाड़ ते चढ़ी। ध्यान दे के सुनियो, किसी इस्लाम के वड्डे वीर तो तुहानूं गल्लां समझण नूं मिलणगीਆਂ। पुत दी जान बचाउण वास्ते हजरत हाजरा भज के चढ़ी एक पहाड़ ते, जिस पहाड़ का नाम है सफा दा पहाड़। अज भी है, पानी नहीं मिलेगा। कमलियां वांग उस पहाड़ तो उतर के दूजे दिशा विच गई। उत्थे पहाड़ का नाम है मरवा दा पहाड़। वो भी खाली उत्थे भी एक बार नहीं, वो रब दी धी 7 बार भज के सफा तो मरबा, मरबा तो सफा, पहाड़ चढ़ चढ़ कमली हो गई। आखिरकार परमात्मा ने परख वेखी, हौसला करके बह गई, रब्बा मौत कबूल है। उस धरती चो एक झरना फुटिया, जिस झरने के पानी नूं अज भी इस्लाम दे विच सब तो पवित्र जल मन्निया जाता है। उहनूं कहंदे जम दा पानी। इब्राहिम दी पत्नी वेले ये झरना फुटिया, जल छकिया, पुत नूं पिलाया। हुण इन्हां कोल पहला खजूरां सी, थोड़ा जिहा पानी सी ते मुक गया सी। कहंदे जदों आसमान विच पंछी उड्डण लगे, अरब दे विच एक गौण है जिथे पानी होऊ उत्थे पंछी ते परिंदे उड़दे मिलणगे, ते साडे भारत विच जिथे पंछी परिंदे उड्डणगे उत्थे हुंदा जां कोई पंछी मरिया जां कोई हडवार होएगा, पशु मरे होणगे। कुछ ऊठां वाले लोग चले आ रहे, उन्हां वेखिया पंछी इकट्ठे, कहंदे कोई पानी होना है। नेड़े आए, मां पुत नूं वेखिया, उन्हां ने खजूरां दित्तियां क्योंकि उत्थों दा राष्ट्री फल है, भोजन ही वो सी। पानी पीता अमृत वर्गा। उन्हां ऊठां वालियां ने हजरत हाजरा तो परमिशन लई, असीं इत्थे रह सकदे हां? कहंदे जी बिल्कुल। वो रहे, वंश वधी, उन्हां दी परिवार वध गए। ते उस सफा दा पहाड़ ते मरवा दा पहाड़ जिहदे ते हजरत हाजरा 7 बार भज के इधर नूं ते 7 बार उधर गई ना, अज भी मक्का शरीफ दी धरती ते काबा, खाना काबा जिहड़ा, उदों तक वो यारत यात्रा नहीं जदों तक मुसलमान वीर सफा दे पहाड़ तो भज के मरवा दी दिशा नहीं जाते ते मरवा तो सफा नहीं जाते। ये पहाड़ बहुत वड्डे सी। अज तो 60 साल पहला लोग इन्हां पहाड़ां ते चढ़दे सी, पर अजोके समय इन्हां पहाड़ां नूं तराश के शीशे च फिट किया होया है, पर है अपनी अपनी थां ते ने। अज कॉरीडोर बहुत वड्डा बनाया होया है। सफा दे पहाड़ तो मरबा दा पहाड़ 450 मीटर है, भाव तकरीबन अद्धा किलोमीटर। ते हर मुसलमान साह चढ़ा के जो उमरा करता ना, सफा तो भजदा है मरबा ते जांदा है, मरबा तो भजदा है सफा ते जांदा है। 7 गेड़े लाउंदे आ, 3 किलोमीटर प्लस 60 मीटर इहदी दूरी है। ते जिन्ना तो तुरिया नहीं जाता, व्हील चेयर ते वो इलैक्ट्रिक ते चले जाते, गड्डियां चलदियां। पर जदों तक जम दा पानी नहीं पींदे, सफा तो भज के मरबा ते मरबा तो सफा ते नहीं आउंदे, इस सफर नूं तय नहीं करते, कहंदे उदों तक तुसीं इब्राहिम पैगंबर ते खुदा दी खुशी नहीं पा सकदे। यह है असल सच्चा सुच्चा अज दा इतिहास इस्लाम दे मुताबिक। होर धर्म की कहंदे आ, उहदा जिक्र कवि जी कर लगे। हुण इत्थे जम दा पानी, दूजा खाना काबा जिहदे परथाए आप जी ने परसों के दीवाना च सुनिया भी, पहले तो छत नहीं सी हुंदी, कोई छत नहीं सी, सिर्फ दीवारां सी। भावें साइज वड्डा सी, जदों पैसे पूरे ना होए साइज छोटा करके अज भी उहदे आले दुआले जीरो शेप दे विच वो थां बनी हुई है। वो है काबे दी थां, उहनूं मन्निया काबा जांदा, पर ओपन कॉरीडोर है। इस्लाम दे विच इहनूं इदां मन्निया जांदा है। मनदे आ मुसलमान, भावें कोई फिरका होवे, हाजी लोग दर्शन करदे आ। इहदे बिल्कुल सामने कुछ फुट की दूरी ते पैगंबर इब्राहिम ने रब दा शुक्र कीता, नमाज पढ़ी, उत्ते अज वो थां बनी हुई है। क्योंकि जे मैं इस कथा नूं सीधा स्किप कर गया की फायदा सुनाउण, फिर तो टाइम पास है। तुसीं भी आए सुन गए, असीं गुरु नानक की कथा सुनी है, सुनाउण वाला कहंदा मैं सुनाया नहीं भाई। जदों तक तुहाडे पल्ले कख ना पवे ते सच्ची उदों तक रस नहीं आउंदा, आनंद नहीं आउंदा। गुरु नानक पातशाह पुछदे आ, मरदानिया दसते सही अंदर की वेखिया? कहंदा बाबा लोग भज्जे फिरदे आ, उधरली पहाड़ी तो उधर चढ़ जाते, उधरों इधर। कहते मैं तो नहीं चढ़िया, मैं तो पहले ही थकिया सी। नाम भी आपां काहनूं करना, आपां ते रब नाल तुरे फिरदे। पर कहते बाबा पल्ले कुछ नहीं पिया, कृपा करके इहदे बारे दसो। कैसे बिलोकन की न कहो,
ਮਰਦਾਨੇ ਤਵੇ ਗੁਰ ਸੋ ਉਚਰੀ। ਭਾਈ ਬਾਲਾ ਜੀ ਵੀ ਪੁੱਛਦੇ ਆ, ਕਹਿੰਦੇ ਮਰਦਾਨਿਆ ਤੂੰ ਤੇ ਵੇਖ ਆਇਆ, ਜਰਾ ਸਾਨੂੰ ਵੀ ਦੱਸ ਵੀ ਅੰਦਰ ਦਾ ਮਾਹੌਲ ਕੀ ਹੈ, ਕੀ ਕੁਝ ਹੁੰਦਾ ਹੈ। ਕਹਿੰਦਾ ਬਾਲਿਆ ਜਿਵੇਂ ਤੂੰ ਬੈਠਾ ਹੈ ਉਵੇਂ ਮੈਂ ਆ, ਵੇਖਿਆ ਵੀ ਬਹੁਤ ਕੁਝ ਹੈ, ਪੱਲੇ ਵੀ ਕੱਖ ਨਹੀਂ ਪਿਆ। ਕਵਿਤ ਕਛੂ ਨੇ ਤਾਂ ਇੱਕ ਪਾਹਨ ਹੈ, ਲਾਹ ਵੱਡ ਜਾਂ ਕੋ ਜੋ ਪ੍ਰਸੰਗ ਮੋਕੋ ਭਾਗ ਕੈ ਸੁਣਾਈਏ। ਪਰ ਪਾਤਸ਼ਾਹ ਮੈਨੂੰ ਉੱਥੇ ਇੱਕ ਪੱਥਰ ਦਿਸਿਆ, ਪੱਥਰ ਤੋਂ ਇਲਾਵਾ ਕੁਝ ਨਹੀਂ, ਉਹ ਹੈ ਸੰਗ ਅਸਵਦ। ਇਸਲਾਮ ਦੇ ਵਿੱਚ ਪਾਕ ਪੱਥਰ, ਜਿਹਨੂੰ ਅੱਜ ਵੀ ਸੰਭਾਲ ਉਹਨਾਂ ਰੱਖਿਆ ਏ। ਤੇ ਮੁਸਲਮਾਨ ਵੀਰ ਉਦੋਂ ਤੱਕ ਹੱਜ ਪੂਰਾ ਨਹੀਂ ਮੰਨਦੇ ਜਦੋਂ ਤੱਕ ਬੋਸਾ ਨਹੀਂ ਦਿੰਦੇ, ਚੁੰਮਾ ਨਹੀਂ ਕਰਦੇ। ਉਹਨੂੰ ਸ਼ਰਧਾ ਹੈ, ਉਹਨਾਂ ਸਤਿਕਾਰ ਹੈ। ਪੈਗੰਬਰ ਸਾਹਿਬ ਦੀ ਥਾਂ ਨੂੰ ਉਹ ਪੂਜਦੇ ਆ, ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਆ। ਪਰ ਕਹਿੰਦੇ ਬਾਬਾ ਐਡਾ ਵੱਡਾ ਮੱਕਾ, ਐਡਾ ਕਾਬਾ ਖਾਨਾ, ਇੱਥੇ ਤੇ ਇੱਕ ਪੱਥਰ ਹੀ ਰੱਖਿਆ ਅੰਦਰ। ਇਹ ਨਹੀਂ ਸਮਝ ਆਇਆ ਵੀ ਪੱਥਰ ਦੀ ਐਡੀ ਪੂਜਾ ਕਿਉਂ। ਪਤਾ ਕਿੱਥੇ ਬੋਲਦੇ ਭਾਈ ਮਰਦਾਨਾ ਵੀ ਸਨਾਤਨ ਮਤ ਵਿੱਚ ਮੂਰਤੀ ਪੂਜਾ ਹੈ, ਪੱਥਰ ਪੂਜਾ ਹੈ। ਇਸਲਾਮ ਤੇ ਮੂਰਤੀ ਦਾ ਵਿਰੋਧੀ ਹੈ, ਸੁਣਿਆ ਨਾ ਤੁਸੀਂ। ਮੁਸਲਮਾਨ ਪੱਥਰ ਦੀ ਪੂਜਾ ਨਹੀਂ ਕਰਦਾ, ਨਾ ਮੂਰਤੀ ਦੀ ਪੂਜਾ ਕਰੇ, ਮਰਜੂ ਮੰਦਰ ਨਹੀਂ ਜਾਂਦਾ। ਪਰ ਭਾਈ ਮਰਦਾਨਾ ਕਿੱਡਾ ਬ੍ਰਹਮ ਗਿਆਨੀ ਸਿੱਖ ਸਵਾਲ ਕਰਦਾ, ਬਾਬਾ ਇਹ ਵੀ ਤੇ ਪੱਥਰ ਦੀ ਪੂਜਾ ਕਰਦੇ ਆ, ਇਹ ਵੀ ਤੇ ਨਮਸਕਾਰ ਕਰਦੇ ਆ, ਭਾਵੇਂ ਪਾਕ ਪੱਥਰ ਕਹਿ ਕੇ ਕਰਦੇ ਆ, ਕੀ ਕਰੀਏ। ਮੇਰੀ ਸਮਝ ਤੋਂ ਬਾਹਰ ਗੁਰੂ ਬਾਬਾ ਜੀ ਨੇ ਗੁਰਬਾਣੀ ਚ ਰਹੱਸ ਰੱਖਿਆ ਹੈ, ਹਿੰਦੂ ਬੰਨਾ ਤੁਰਗੂ ਕਰ। ਭਾਵ ਕੀ ਹੈ ਬਈ ਇੱਕ ਤੇ ਅੱਖਾਂ ਬੰਦ ਕਰਕੇ ਕਹਿੰਦਾ ਮੂਰਤੀ ਰੱਬ ਹੈ, ਪੱਥਰ ਰੱਬ ਹੈ। ਇੱਕ ਨੂੰ ਪਤਾ ਹੈ ਵੀ ਇਹ ਰੱਬ ਨਹੀਂ ਹੈ, ਪਰ ਫਿਰ ਵੀ ਅਕਾਣੀ ਜੀ ਅੱਖ ਨਾਲ ਪੱਟੀ ਬੰਨ ਮੱਥਾ ਟੇਕੀ ਜਾਂਦਾ ਹੈ, ਕਹਿੰਦਾ ਅੱਲਾਹੁ ਅਕਬਰ। ਭਾਵ ਇਹ ਹੈ ਦੋਹੋਂ ਤੇ ਗਿਆਨੀ ਸਿਆਣਾ, ਕਹਿੰਦੇ ਗਿਆਨਵਾਨ ਦੋਨਾਂ ਤੋਂ ਸਿਆਣਾ ਹੈ। ਉਹ ਕਹਿੰਦਾ ਕਛ ਪਾਹਨ ਮੈਂ ਪਰਮੇਸ਼ਰ ਨਹੀਂ, ਇਹ ਚ ਰੱਬ ਨਹੀਂ ਹੈ, ਰੱਬ ਤੇ ਰੱਬ ਹੀ ਹੁੰਦਾ ਏ। ਭਇਓ ਕੈਸੇ ਥਾਨ ਜਾ ਕੀ ਮਾਨਤਾ ਮਹਾਨ, ਨਹੀਂ ਦੇਖਤ ਦਰਸ ਕਿਉਂ ਹੈ ਨੈਣ ਮੂੰਦ ਜਾਈਏ। ਪਰ ਸਾਹਿਬ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਪਿਆ ਪੱਥਰ ਹੈ ਤੇ ਪੱਟੀ ਕਿਉਂ ਬਣਾਉਂਦੇ ਆ। ਪਰ ਯਾਦ ਰੱਖਿਓ ਇਹ ਪੁਰਾਣਕ ਕਥਾ ਏ, ਅੱਜ ਨਾ ਕੋਈ ਪੱਟੀ ਬੰਨ੍ਹਦਾ ਹੈ ਨਾ ਕੋਈ ਬਣਾਉਂਦਾ ਹੈ। ਉਸ ਵੇਲੇ ਹੋ ਸਕਦਾ ਇਹਦਾ ਵੀ ਇਨਕਾਰ ਨਹੀਂ। ਇਹ ਨਹੀਂ ਵੀ ਆਪਾਂ ਸਿਆਣੇ ਹੋ ਗਏ ਵੀ ਗੁਰੂ ਸਾਹਿਬ ਵਾਲੇ ਆਹ ਕਿਵੇਂ ਹੋ ਗਿਆ। ਬਹੁਤ ਕੁਝ ਬਦਲ ਜਾਂਦਾ ਜੀ, ਦਫ਼ਤਰਾਂ ਦੇ ਅਸੂਲ ਉਹ ਨਹੀਂ ਰਹਿੰਦੇ। ਕੋਈ ਜ਼ਮਾਨਾ ਸੀ ਲੋਕ ਅੰਗੂਠਾ ਲਾਉਂਦੇ ਸੀ, ਤੇ ਜਿਹੜਾ ਅਮੀਰ ਬੰਦਾ ਹੁੰਦਾ ਸੀ ਉਹ ਸਾਈਨ ਕਰਨ 'ਚ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਵੀ ਲੈ ਮੈਂ ਘੁੱਗੀ ਮਾਰਤੀ ਚੈੱਕ ਤੇ ਪੜ੍ਹਿਆ ਲਿਖਿਆ। ਤੇ ਹੁਣ ਉਹੀ ਹਰ ਥਾਂ ਤੇ ਨਾ ਡਿਜੀਟਲ ਸਿਸਟਮ ਲੱਗਾ, ਚੱਕੇ ਗਏ ਸਾਈਨ। ਹੁਣ ਤੁਹਾਡੀ ਫਿੰਗਰ ਲੱਗਦੀ ਹੈ, ਥੰਮ ਲੱਗਦਾ ਹੈ, ਏਅਰਪੋਰਟ ਤੇ ਜਾਓ ਅਨਪੜ੍ਹ ਅੰਗੂਠਾ ਜਿੰਦਾਬਾਦ ਆਖੋ ਸਤਿਨਾਮ। ਕਿਸੇ ਆਫਿਸ ਦੀ ਐਂਟਰੀ ਕਰਨੀ ਆ, ਲੱਗਣਾ ਅੰਗੂਠਾ ਹੀ ਹੈ, ਆਧਾਰ ਕਾਰਡ ਹੋਵੇ, ਪੈਨ ਕਾਰਡ ਹੋਵੇ, ਜਾਂ ਤੁਸੀਂ ਪਾਸਪੋਰਟ ਆਫਿਸ ਚੱਲੇ ਹੋ ਜਾਂ ਇਮੀਗ੍ਰੇਸ਼ਨ ਚੱਲੇ ਹੋ, ਪੁੱਛਦਾ ਤੁਹਾਡੇ ਕੋਈ ਸਾਈਨ ਨੂੰ ਉੱਥੇ ਨਹੀਂ। ਆਹੀ ਅੰਗੂਠਾ ਚੱਲਦਾ ਜਿਹਨੂੰ ਕਦੇ ਅਨਪੜ੍ਹ ਕਹਿੰਦੇ ਸੀ ਵੀ ਇਹ ਤੇ ਅਨਪੜ੍ਹ ਦੀ ਨਿਸ਼ਾਨੀ ਹੈ, ਤੇ ਉਹ ਪੜ੍ਹੇ ਲਿਖਿਆਂ ਦੀ ਹੋ ਗਈ। ਆ ਇੱਕ ਅੰਗੂਠੇ ਤੇ ਸਾਡਾ ਸਾਰਾ ਕੁਝ ਹੀ ਆ ਜਾਂਦਾ ਹੈ, ਆਧਾਰ ਲਿੰਕ ਹੈ, ਬੈਂਕ ਵੀ ਹੈ, ਸਾਰਾ ਕੁਝ ਹੈ, A to Z ਬਾਇਓਡਾਟਾ। ਪੂਰੇ ਵਰਲਡ 'ਚ ਅਸੀਂ ਕਿੱਥੇ ਕਿੱਥੇ ਟਰੈਵਲ ਕੀਤਾ, ਕੀ ਕੀ ਕਰ ਰਹੇ ਹਾਂ, ਕੀ ਕਰਨਾ ਹੈ, ਜੋ ਸੈਟਅਪ ਸਾਡਾ ਸਾਰਾ ਹੀ ਆ ਜਾਂਦਾ ਸਾਹਮਣੇ। ਅੰਗੂਠੇ ਦਾ ਕਮਾਲ। ਬਾਬਾ ਮੈਨੂੰ ਇਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀ। ਇੱਥੇ ਆਉਂਦੇ ਆ, ਮੱਥਾ ਟੇਕਣ ਲੱਗ ਜਾਂਦੇ ਆ, ਪਰ ਇਹ ਤੇ ਆਪਣੇ ਆਪ ਨੂੰ ਸਿਆਣੇ ਸਮਝਦੇ ਸੀ ਵੀ ਅਸੀਂ ਤੇ ਗਿਆਨੀ ਆ, ਅਸੀਂ ਪੱਥਰ ਦੀ ਪੂਜਾ ਨਹੀਂ ਕਰਦੇ। ਕਿਉਂ ਕਰਦੇ ਆ? ਇਹਦਾ ਕਾਰਨ ਦੱਸ ਦਿਓ। ਤੁਰਕ ਕਹਿਤ ਬੁੱਤ ਪ੍ਰਸਤੀ ਨਾ ਕੀਜੇ ਕਬ, ਜਾਂ ਕੋ ਅਭਿਖੇਕਤ ਹੈ ਸਭੇ ਸਿਰ ਨਾਈਏ। ਬੜਾ ਡੂੰਘਾ ਸਵਾਲ ਭਾਈ ਮਰਦਾਨਾ ਜੀ ਨੇ ਕੀਤਾ। ਬਾਬਾ ਇਹ ਤੇ ਪੂਜਾ ਕਰਦੇ, ਇੱਥੇ ਬੁੱਤ ਪ੍ਰਸਤੀ ਤੇ ਮਨਾ ਕੀਤੀ ਇਸਲਾਮ ਦੇ ਵਿੱਚ, ਅੱਜ ਵੀ ਉਹ ਵਿਰੋਧ ਕਰਦੇ ਆ। ਜਿੰਨੇ ਮੁਸਲਮਾਨ ਮੁਗਲ ਬਾਦਸ਼ਾਹ ਹੋਏ ਨੇ, ਮੰਦਿਰ ਕਿਉਂ ਢਾਏ ਜੀ ਉਹਨਾਂ ਨੇ? ਇਸੇ ਕਰਕੇ। ਮੂਰਤੀਆਂ ਕਿਉਂ ਢਾਈਆਂ? ਇਸੇ ਕਰਕੇ। ਉਹ ਕਹਿੰਦੇ ਹਰਾਮ ਹੈ, ਪਰ ਇਹ ਆਪ ਕਰੀ ਜਾਂਦੇ। ਮਹਾਰਾਜ ਮੇਰੇ ਮਨ ਵਿੱਚ ਤੇ ਸ਼ੰਕਾ ਹੋ ਗਿਆ, ਇਹਨੂੰ ਨਿਵਰਤ ਕਰ ਦਿਓ। ਜਾਨਤ ਹੋ ਸਭੈ ਬਿਦ ਦਇਆ ਕੀਜੇ ਦਇਆ ਨਿਧ, ਰਿੱਧ ਸਿੱਧ ਦੇਨ ਹਰ ਸੰਸੈ ਕੋ ਮਿਟਾਈਏ। ਕਹਿੰਦੇ ਮਹਾਰਾਜ ਮੇਰਾ ਸ਼ੰਕਾ ਨਿਵਰਤ ਕਰ ਦਿਓ ਜੀ, ਮੈਂ ਤੇ ਦੁਬਿਧਾ 'ਚ ਹੋਰ ਪੈ ਗਿਆ।
ਪਰ ਜਿੰਨੇ ਲੋਕ ਇੱਥੇ ਉਮਰਾ ਕਰਨ ਆਉਂਦੇ ਆ ਸਭ ਰੱਬ ਤੋਂ ਵੱਧ ਯਕੀਨ ਕਰਦੇ ਆ, ਤੇ ਕਰਨਾ ਵੀ ਚਾਹੀਦਾ ਜੀ। ਆਪਣੇ ਆਪਣੇ ਧਰਮ ਦਾ ਅਕੀਦਾ ਏਡਾ ਪੱਕਾ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਦੂਜੇ ਨੇ ਆਪਣੇ ਧਰਮ ਦੀ ਗੱਲ ਸੁਣਾਤੀ ਤੇ ਆਖੋ ਲੈ ਹੁਣ ਇੱਧਰ ਆ ਜਾਂਦੇ ਆ ਉਹ ਵੱਡੇ। ਨਹੀਂ, ਤੁਹਾਡਾ ਸਤਿਗੁਰ ਵੱਡਾ ਹੈ, ਤੁਹਾਡਾ ਪਰਮੇਸ਼ਵਰ ਵੱਡਾ ਏ, ਤੁਹਾਡਾ ਵਿਸ਼ਵਾਸ ਵੱਡਾ ਏ। ਮਰਦਾਨਾ ਜੀ ਦੇ ਸਵਾਲਾਂ ਨੇ ਕਹਿੰਦੇ ਅੰਦਰ ਝੰਜੋੜ ਕੇ ਰੱਖਤਾ ਵੀ ਉਹ ਸਿੱਖ ਅੰਧ ਵਿਸ਼ਵਾਸੀ ਨਹੀਂ ਹੈ ਵੀ ਗਿਆ ਲੋਕਾਂ ਚਾਰੂ ਮੱਥਾ ਟੇਕ ਆਇਆ ਆ ਗਿਆ। ਨਹੀਂ, ਕਹਿੰਦੇ ਬਾਬਾ ਮੈਨੂੰ ਦੱਸੋ। ਸਾਹਿਬ ਕਹਿੰਦੇ ਛੱਡ ਮਰਦਾਨਿਆ। ਕਹਿੰਦੇ ਨਹੀਂ ਪਾਤਸ਼ਾਹ, ਮੈਂ ਜਾਣਨਾ ਚਾਹੁੰਦਾ ਵੀ ਜਦੋਂ ਬਾਹਰ ਇਹ ਲੋਕਾਂ ਦੇ ਵਿੱਚ ਕਹਿੰਦੇ ਮੂਰਤੀ ਪੂਜਾ ਵਰਜਿਤ ਹੈ ਤੇ ਫਿਰ ਆਪ ਕਿਉਂ ਕਰਦੇ ਨੇ। ਕਵਿਤ ਸ਼੍ਰੀ ਗੁਰੂ ਅਲਾਏ ਪਾਜ ਤਖਤ, ਸ਼੍ਰੀ ਗੁਰੂ ਅਲਾਏ ਪਾਜ ਰਾਖਤ ਦੁਰਾਏ ਇਹ ਆਦ ਕੈ ਪ੍ਰਸੰਗ ਕਹੋ ਸੋਈ ਸੁਨ ਲੀਜੀਏ। ਸਤਿਗੁਰ ਕਹਿੰਦੇ ਮਰਦਾਨਿਆ ਜੇ ਵਾਰ-ਵਾਰ ਪੁੱਛਦਾ ਤੇ ਸੁਣ ਲਾ, ਇਹਨਾਂ ਪਾਜ ਰੱਖਿਆ ਹੋਇਆ ਛੁਪਾ ਕੇ ਪਰਦਾ। ਕਹਿੰਦੇ ਜੋ ਆਦ ਕਾਲ ਦਾ ਪ੍ਰਸੰਗ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ। ਹੁਣ ਇੱਥੇ ਕਵੀ ਜੀ ਪੇਸ਼ ਕਰਦੇ ਆ, ਭਾਈ ਬਾਲਾ ਜੀ ਸੁਣਾ ਰਹੇ ਆ, ਪਰ ਸਾਇੰਟੀਫਿਕ ਤੌਰ ਤੇ ਹੋ ਸਕਦਾ ਇਹ ਪ੍ਰੂਵ ਨਾ ਹੋਵੇ। ਸਾਇੰਟੀਫਿਕ ਤੌਰ ਤੇ ਮੈਂ ਨਾਲ ਬੇਨਤੀ ਕਰਦਾ ਕਿਉਂਕਿ ਇਸਲਾਮ ਦੀਆਂ ਤਵਾਰੀਖਾਂ 'ਚ ਲਿਖਿਆ ਉਹ ਸੁਣਾਤਾ, ਜੋ ਸਨਾਤਨ ਭਾਰਤ ਦੇਸ਼ ਵਿੱਚ ਲਿਖਿਆ ਹੁਣ ਉਹ ਸੁਣਾਉਣ ਲੱਗੇ। ਕਿਉਂਕਿ ਸਿੱਖ ਧਰਮ ਤੇ ਉਦੋਂ ਉਗਰਿਆ ਹੋਇਆ ਪੌਦਾ ਸੀ, ਸਟਾਰਟ ਸੀ। ਗੁਰੂ ਸਾਹਿਬ ਸਿੱਖੀ ਵਿਸਥਾਰ ਕਰ ਰਹੇ ਆ, ਫੈਲਾ ਰਹੇ ਆ। ਹੌਲੀ ਹੌਲੀ ਸਿੱਖ ਖਾਲਸਾ ਬਣਿਆ, ਅਲੱਗ ਹੋ ਗਿਆ। ਪਰ ਉਸ ਵੇਲੇ ਜੋ ਪ੍ਰਚਲਿਤ ਸੀ ਉਹ ਲਿਖਿਆ ਗਿਆ, ਕਿਉਂਕਿ ਪ੍ਰਚਲਿਤ ਚੀਜ਼ਾਂ ਕਈ ਵਾਰ 99% ਸੱਚੀਆਂ ਵੀ ਹੁੰਦੀਆਂ ਤੇ ਕਈ ਵਾਰ ਉਹ ਕਾਲਪਨਿਕ ਵੀ ਹੁੰਦੀਆਂ। ਹੋ ਸਕਦਾ ਹੈ, ਸ਼ਿਓਰਟੀ ਨਹੀਂ ਹੈ, ਪਰ ਜੋ ਇਤਿਹਾਸ ਵਿੱਚ ਲਿਖਿਆ ਹੁੰਦਾ ਉਹ ਗੱਲ ਛੋਟੀ ਵੀ ਨਹੀਂ ਹੈ। ਜੇ ਸ਼ਿਓਰਟੀ ਨਹੀਂ ਨਾ ਤੇ ਛੋਟੀ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ ਇਹ ਆਦਿ ਕਾਲ ਬੜੇ ਪੁਰਾਤਨ ਸਮੇਂ ਦੀ ਗੱਲ ਹੈ, ਕਿਉਂਕਿ ਖਾਨਾ ਕਾਬਾ ਦੇ ਵਿੱਚ ਜਿਹੜਾ ਇਹ ਪਵਿੱਤਰ ਪੱਥਰ ਹੈ ਇਹ ਤੇ ਇਸਲਾਮ ਦੇ ਵਿੱਚ 4500 ਸਾਲਾਂ ਤੋਂ ਪ੍ਰਚਲਿਤ ਹੋਇਆ ਹੈ, ਮੁਹੰਮਦ ਸਾਹਿਬ ਤੋਂ ਬਾਅਦ। ਉਸ ਤੋਂ ਪਹਿਲਾਂ ਤੇ ਕੋਈ ਜਾਣਦਾ ਹੀ ਨਹੀਂ ਸੀ, ਨਾ ਕਿਤੇ ਇਸਲਾਮ ਦੀ ਗਿਣਤੀ ਸੀ। ਅੱਜ ਪੂਰੀ ਦੁਨੀਆ ਤੇ ਜੇ ਵਰਲਡ ਦੀ ਕਾਊਂਟਿੰਗ ਕਰਕੇ ਵੇਖੀਏ ਨਾ, ਘੱਟੋ ਘੱਟ 60 ਤੋਂ 70% ਆਬਾਦੀ ਇਸਲਾਮ ਦੀ ਹੈ, ਮੁਸਲਮਾਨਾਂ ਦੀਆਂ 22 ਅਰਬ ਕੰਟਰੀਆਂ। ਇੱਧਰ ਆ ਜਾਓ ਫਿਰ, ਥਾਈਲੈਂਡ ਤੋਂ ਮਲੇਸ਼ੀਆ ਦਾ ਪਾਸਾ, ਚਾਈਨਾ ਸਾਰਾ ਮੁਸਲਮਾਨਾਂ ਦਾ। ਤੇ ਆ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇਹ ਕਿਹਨਾਂ ਦਾ? ਕ੍ਰਿਸਚਨ ਲੋਕਾਂ ਦਾ। ਯੂਰਪ ਕ੍ਰਿਸਚਨਾਂ ਦਾ। ਦੱਖਣੀ ਅਫਰੀਕਾ ਵਿੱਚ ਆ ਜਾਓ ਤੁਹਾਨੂੰ ਮੁਸਲਮਾਨ ਮਿਲਣਗੇ, ਉਹ ਅਲੱਗ ਗੱਲ ਹੈ ਵੀ ਉਹਨਾਂ ਦੀਆਂ ਅਲੱਗ-ਅਲੱਗ ਕੈਟਾਗਰੀਆਂ, ਕੋਈ ਸਿਆ ਹੈ, ਕੋਈ ਸੁਨੀ ਹੈ। ਆ ਬਰਮਾ ਦਾ ਇਲਾਕਾ, ਤਿੱਬਤ, ਭੂਟਾਨ ਕੌਣ ਨੇ? ਜਾਂ ਹਿੰਦੂ ਨੇ ਜਾਂ ਮੁਸਲਮਾਨ ਨੇ। ਦੂਜੇ ਨੰਬਰ ਤੇ ਕ੍ਰਿਸਚਨ ਆਉਂਦੇ ਆ, ਤੀਜੇ ਨੰਬਰ ਤੇ ਸਨਾਤਨ ਮਤ ਹੈ। ਆਪਾਂ ਤੇ ਸਾਰਿਆਂ ਤੋਂ ਘੱਟ ਆ, ਸਿਰਫ 2% ਵਾਲੇ, ਸਿਰਫ 2 ਪੂਰੇ ਵਰਲਡ ਵਿੱਚ। ਪਰ ਧੂਮਾਂ 2% ਦੀਆਂ ਇੰਡੀਆ ਸਤਨਾਮ। ਜਦ ਰੋਹਿੰਗਿਆ ਤੇ ਰੌਲਾ ਪਿਆ ਕੋਈ ਬੋਲਿਆ, ਮੁਸਲਮਾਨ ਸੀ ਰੋਹਿੰਗਿਆ। ਕੌਣ ਖੜਿਆ? ਖਾਲਸਾ ਖੜਿਆ ਸੀ, ਖੜਿਆ ਹੈ, ਖੜਾ ਰਹੇਗਾ। ਏਕਾ ਹੋਵੇ ਤੇ ਗੱਲ ਹੋਰ ਹੋਵੇ। ਇੱਥੇ ਤੇ 22 ਦੀਆਂ 22 ਮਿਸਲਾਂ ਵੀ ਇਕੱਠੀਆਂ ਬਹਿੰਦੀਆਂ ਸੀ, ਭਾਵੇਂ ਬਣਦੀ ਨਹੀਂ ਸੀ ਆਪਸ ਵਿੱਚ। ਤੇ ਅੱਜ ਤੇ ਜੀ 4 ਬੰਦੇ ਇਕੱਠੇ ਹੋਏ, ਆਪਣੀ ਆਪਣੀ ਜਥੇਬੰਦੀ, ਆਪਣਾ ਆਪਣਾ ਹਿਸਾਬ ਕਿਤਾਬ, ਹਿਸਾਬ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਮਰਦਾਨਿਆ ਪੁਰਾਤਨ ਸਮੇਂ ਦੇ ਵਿੱਚ ਜਦ ਇਹ ਆਬਾਦ ਨਹੀਂ ਸੀ, ਕਿਉਂਕਿ ਅੱਜ ਤੋਂ 60 ਸਾਲ ਪਿੱਛੇ ਦੁਬਈ ਦੇ ਹਾਲਾਤ ਵੇਖ ਲਓ ਕਿਹੋ ਜਿਹੇ ਸੀ, ਅਰਬ ਵੇਖ ਲਓ, ਸ਼ਾਰਜਾ ਵੇਖ ਲਓ ਕਿਹੋ ਜਿਹੇ ਸੀ ਉਹ ਇਲਾਕੇ। ਖੰਡਰਾਤ ਸੀ, ਰੇਤਾ ਹੀ ਰੇਤਾ। ਤੇ ਹੁਣ ਵੀ ਚਲੋ ਮੈਨ ਮੇਡ ਕੰਟਰੀਆਂ ਨੇ, ਬੜੇ ਤਰੀਕੇ ਨਾਲ ਉਹਨਾਂ ਲੋਕਾਂ ਨੇ ਬਣਾ ਲਈਆਂ। ਤੇ ਦੁਨੀਆ ਦਾ ਸਭ ਤੋਂ ਵੱਧ ਗੰਦ ਸਾਡੇ ਦੇਸ਼ 'ਚ ਹੈ। ਇੱਥੇ ਤੇ 4 ਦਿਨ ਪਹਿਲਾਂ ਗਣਪਤ ਬਾਪਾ ਮੋਰੀਆ, ਤੇ 5ਵੇਂ 6ਵੇਂ 7ਵੇਂ ਦਿਨ ਚੱਲ ਫਿਰ ਤੋਰੀਆ ਚੱਲ ਪਾਣੀ 'ਚ, ਗੰਦੇ ਪਾਣੀ ਵਿੱਚ ਹੁੰਦਾ ਯਾਰ। ਏਦਾਂ ਇੱਜ਼ਤ ਕਰਦੇ ਹੋ ਤੁਸੀਂ, ਧਰਮ ਨੂੰ ਇੰਨਾ ਸੁੱਟ ਕੇ ਰੱਖਤਾ। ਜਿਹਨੂੰ ਰੋਜ਼ ਪੂਜਦੇ ਹੋ ਤੇ ਸੁੱਟਣ ਵੇਲੇ ਤੇ ਸ਼ਰਮ ਕਰ ਲੈਂਦੇ, ਸਤਿਕਾਰ ਤੇ ਕਰ ਲੈਂਦੇ ਨਾ। ਪਰ ਅੱਜ ਹਾਲਾਤ ਵੇਖੋ ਕਿੱਦਾਂ ਦੇ। ਧਰਮ ਸਾਰੇ ਚੰਗੇ ਆ ਪਰ ਲੋਕ ਮਾੜੇ ਆ। ਗੁਰੂ ਸਾਹਿਬ ਆਖਣ ਲੱਗੇ ਭਾਈ ਇਹ ਪ੍ਰਚਲਿਤ ਹੋਇਆ ਮਰਦਾਨਿਆਂ ਜਦੋਂ ਇਸਲਾਮ ਨਹੀਂ ਸੀ ਆਇਆ, ਕਿਉਂਕਿ ਇਸਲਾਮ ਵਾਲੇ ਤੇ ਮੰਨਣਗੇ ਨਹੀਂ। ਉਹ ਕਹਣਗੇ ਏਦਾਂ ਕਿੱਦਾਂ ਹੋ ਗਿਆ। ਹੁਣ ਅੱਜ ਸਾਨੂੰ ਕੋਈ ਕਹੇ ਵੀ ਸਿੱਖ ਧਰਮ ਤੋਂ ਪਹਿਲਾਂ ਇਹ ਹਿੰਦੂਆਂ ਚੋਂ ਨਿਕਲੇ, ਇਹ 'ਚ ਸ਼ੱਕ ਵੀ ਕੋਈ ਨਹੀਂ ਨਾ।
ਕੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕੱਟੜ ਹਿੰਦੂ ਨਹੀਂ ਸਨ? ਜੇ ਹੁਣ ਸਤਿਗੁਰਾਂ ਦੇ ਪਿਤਾ ਹਿੰਦੂ ਤੇ ਅਸੀਂ ਹਿੰਦੂ ਥੋੜਾ ਹੋ ਗਏ ਫਿਰ? ਹੁਣ ਜੇ ਕਿਸੇ ਦਾ ਪਿਤਾ ਡਾਕਟਰ ਆ ਤੇ ਜ਼ਰੂਰੀ ਥੋੜਾ ਵੀ ਪੁੱਤ ਵੀ ਡਾਕਟਰ ਹੋਊਗਾ। ਪਿਤਾ ਖੇਤੀ ਕਰਦਾ ਤੇ ਪੁੱਤ ਵੀ ਖੇਤੀ ਕਰੇ। ਬਾਪੂ ਸਾਇੰਟਿਸਟ ਆ ਤੇ ਪੁੱਤ ਵੀ ਹੋਵੇ, ਜ਼ਰੂਰੀ ਨਹੀਂ। ਹਾਂ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਾਰਾ ਪਰਿਵਾਰ ਸਨਾਤਨ ਸੀ। ਬਾਰ-ਬਾਰ ਇਤਿਹਾਸ 'ਚ ਜ਼ਿਕਰ ਆਊਗਾ ਕਿਉਂਕਿ ਉਦੋਂ ਸਿੱਖ ਧਰਮ ਦੀ ਨੀਂਹ ਨਹੀਂ ਸੀ। ਤੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਵਿਖਾ ਦਿਓ ਕਿਸੇ ਦਾ ਜ਼ਿਕਰ। ਬਾਬਾ ਲਖਮੀ ਦਾਸ ਹੋਏ, ਸਤਿਗੁਰਾਂ ਗੁਰੂ ਨਾਨਕ ਸਾਹਿਬ ਦੇ ਪੋਤੇ ਧਰਮ ਚੰਦ ਜੀ ਹੋਏ ਨੇ। ਦੱਸੋ ਤੇ ਸਹੀ ਕਿਤੇ ਕੋਈ ਸਨਾਤਨੀ ਹੋਵੇ? ਨਹੀਂ, ਅਲੱਗ ਸੀ, ਵੱਖਰੇ ਸੀ। ਕਿਉਂਕਿ ਬੰਦਾ ਮਨੁੱਖ ਆਪਣੀ ਸੋਚ ਤੇ ਵਿਚਾਰਧਾਰਾ ਕਰਕੇ ਵੱਖ ਹੁੰਦਾ, ਜਾਤਾਂ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਹੁਣ ਜੱਟਾਂ ਦੇ ਘਰੇ ਜੰਮ ਕੇ ਤੇ ਸੋਚ ਹੋਵੇ ਮਾੜੀ ਤੋਂ ਮਾੜੀ, ਸੈਂਸੀਆਂ ਆ ਗਈ ਤੇ ਕਿਹੜੇ ਪਾਸੇ ਲੱਗਦਾ ਹੈ? ਮਾੜੇ ਘਰ ਵਿੱਚ ਜੰਮ ਕੇ ਤੇ ਜੇ ਸੋਚ ਉੱਚੀ ਤੇ ਵਿਚਾਰ ਉੱਚੇ ਤੇ ਬੰਦਾ ਬੁਰਾ ਥੋੜੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਉਦੋਂ ਦੀ ਗੱਲ ਕਰਦਾ, ਆਦਿ ਕਾਲ ਦੀ, ਜਿਸ ਵੇਲੇ ਇਸਲਾਮ ਨਹੀਂ ਸੀ ਚੱਲਿਆ। ਕਿਉਂਕਿ ਇਸਲਾਮ ਉਂਗਲ ਚੁੱਕੂਏ ਨਹੀਂ ਹੋ ਸਕਦਾ ਜੀ, ਮੱਕੇ ਨਾਲ ਇਹ ਕਥਾ ਜੁੜੀ ਨਹੀਂ। ਪਰ ਉਹ ਕਹਿੰਦੇ ਇਸਲਾਮ ਤੋਂ ਪਹਿਲਾਂ ਦੀ ਗੱਲ, ਉਦੋਂ ਤੇ ਇਸਲਾਮ ਬਣਿਆ ਹੀ ਨਹੀਂ ਸੀ। ਹੁਣ ਮੇਰੇ ਜੰਮਣ ਤੋਂ ਪਹਿਲਾਂ ਦੀ ਗੱਲ ਕੋਈ ਹੋਵੇ ਸਾਡੇ ਪਰਿਵਾਰ ਨਾਲ ਤੇ ਮੈਂ ਜਿੱਦਾਂ ਕਰਾਂ ਐਵੇਂ ਕਿਵੇਂ ਹੋ ਗਿਆ? ਅਗਲਾ ਕਹਿੰਦਾ ਕਾਕਾ ਕਦੋਂ ਜੰਮਿਆ ਸੀ ਓਏ? ਤੈਨੂੰ ਕੀ ਪਤਾ ਹੈ? ਸਮਝ ਰਹੇ ਹੋ ਨਾ? ਗੁਰੂ ਸਾਹਿਬ ਕਹਿੰਦੇ ਇਹਨੂੰ ਕਹਿੰਦੇ ਪ੍ਰਾਚੀਨ ਕਥਾ, ਪੁਰਾਤਨ, ਜੋ ਸਾਡੇ ਤੋਂ ਪਹਿਲਾਂ ਦੀ ਹੋਵੇ। ਉਮਾ ਅਰਧੰਗ ਜਾਕੀ ਪੂਰਬ ਪਿਨਾਕੀ ਲਿੰਗ ਤਰਿਓ ਏ ਠੌਰ ਵਿਖੇ ਕਬੂ ਕੋ ਲਖੀਜੀਏ। ਸਤਿਗੁਰ ਕਹਿੰਦੇ ਉਮਾ ਨਾਮ ਹੈ ਪਾਰਵਤੀ ਦਾ, ਸ਼ਿਵ ਨਾਮ ਹੈ ਸ਼ਿਵ ਜੀ ਦਾ। ਇਸਲਾਮ ਨਹੀਂ ਇਸ ਕਥਾ ਨੂੰ ਮੰਨਦਾ। ਉਹ ਕਹਿੰਦੇ ਰੌਂਗ ਹੈ, ਸਮਥਿੰਗ ਬਿਲਕੁਲ ਹੀ ਰੌਂਗ ਹੈ, ਗਲਤੀ ਹੈ ਤੇ ਹੈ ਹੀ ਨਹੀਂ। ਪਰ ਬਾਕੀ ਧਰਮ ਮੰਨਦੇ ਆ। ਕਹਿੰਦੇ 12 ਜੋਤੀ ਲਿੰਗ ਨੇ ਸ਼ਿਵ ਦੇ। ਜਦੋਂ ਬ੍ਰਹਮਾ ਨੇ ਚੱਕਰ ਚਲਾਇਆ ਨਾ, ਕੱਟੇ 12 ਥਾਵਾਂ ਤੇ ਡਿੱਗੇ। ਪਰ ਇੱਕ ਚੀਜ਼ ਕਲੈਰੀਫਿਕੇਸ਼ਨ ਇਹ ਪ੍ਰੋਪਰ ਹੈ ਵੀ 12 ਦੇ 12 ਜੋਤੀ ਲਿੰਗ ਏਸ਼ੀਆ 'ਚ ਡਿੱਗੇ ਨੇ, ਮਿਡਲ ਈਸਟ ਵਿੱਚ ਨਹੀਂ। ਅੱਜ ਵੀ 12 ਦੇ 12 ਜੋਤੀ ਲਿੰਗ ਤੁਹਾਨੂੰ ਧਾਰਮਿਕ ਮੰਦਿਰ ਮਿਲ ਜਾਣਗੇ, ਭਾਵੇਂ ਰਾਮੇਸ਼ਵਰ ਦਾ ਹੋਵੇ, ਕੋਈ ਮੰਦਿਰ ਹੋਵੇ, ਇੰਡੀਆ ਤੋਂ ਬਾਹਰ ਨਹੀਂ ਨੇ। 12 ਦੇ 12 ਇੱਥੇ ਨੇ। ਪਰ ਮੰਨਿਆ ਜਾਂਦਾ ਹੈ ਵੀ ਇੱਕ ਸਮਾਂ ਸੀ 12ਵਾਂ ਜੋਤੀ ਲਿੰਗ ਮੱਕੇ 'ਚ ਡਿੱਗਾ। ਪਰ ਆਪਾਂ ਇਸ ਚੀਜ਼ ਦੀ ਗਵਾਹੀ ਨਹੀਂ ਭਰਦੇ, ਜੋ ਲਿਖਿਆ ਐਜ਼ ਇਟ ਇਜ਼ ਸੁਣਾਉਣਾ ਹੈ। ਪਰ ਇਹ ਤੋਂ ਪਹਿਲਾਂ ਇਸਲਾਮ ਦੀ ਗੱਲ ਵੀ ਦੱਸਦੀ ਵੀ ਉਹ ਕੀ ਮੰਨਦੇ ਆ, ਆਪਣੇ ਕੀ ਮੰਨਿਆ ਜਾਂਦਾ ਹੈ। ਕੁਛ ਗੱਲਾਂ ਹੁੰਦੀਆਂ ਨੇ, ਕੁਛ ਹੋਈਆਂ ਵੀ ਹੁੰਦੀਆਂ ਨੇ, ਸੁਣੀਆਂ ਸੁਣੀਆਂ। ਕਹਿੰਦੇ ਉਹ ਪਾਰਵਤੀ ਤੇ ਸ਼ਿਵ, ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਜੰਗਲ ਹੁੰਦਾ ਸੀ। ਜਿਸ ਵੇਖੀਏ ਤੇ ਸਾਊਦੀ ਦੀ ਧਰਤੀ ਤੇ ਕਿਹੜਾ ਜੰਗਲ ਹੈ, ਪਰ ਚਲੋ ਤੂੰ ਹੋਣਾ। ਕਹਿੰਦੇ ਉਸ ਜੰਗਲ ਦੇ ਵਿੱਚ ਇੱਕ ਕਾਲਾ ਪੱਥਰ ਪਿਆ ਸੀ। ਪਰ ਇਸਲਾਮ ਮੰਨਦਾ ਵੀ ਇਹ ਚਿੱਟਾ ਪੱਥਰ ਸੰਗਾ ਸ਼ਬਦ ਪਹਿਲਾਂ ਤੋਂ ਸੀ, ਬਾਅਦ ਚੋਂ ਲੋਕਾਂ ਨੇ ਪਾਪ ਚਾੜ ਦਿੱਤੇ, ਇੰਨੇ ਉਹ ਕਾਲਾ ਹੋ ਗਿਆ। ਪਰ ਗੁਰੂ ਸਾਹਿਬ ਸੁਣਾ ਰਹੇ ਆ, ਕਹਿੰਦੇ ਮਰਦਾਨਿਆਂ ਉਸ ਵੇਲੇ ਇਸ ਥਾਂ ਦੇ ਨੇੜੇ ਕੋਈ ਨਹੀਂ ਸੀ ਆਉਂਦਾ, ਨਾ ਕੋਈ ਜੰਗਲ ਵਿੱਚੋਂ ਡੱਕਾ ਤੋੜਦਾ ਸੀ, ਨਾ ਕੋਈ ਪੱਥਰ ਚੁੱਕਦਾ ਸੀ। ਕਿਉਂਕਿ ਇਹ ਪੱਥਰ ਬੜਾ ਭਾਵੁਕਤਾ ਵਾਲਾ ਸੀ। ਜੇ ਕੋਈ ਹੱਥ ਲਾਉਂਦਾ ਸੀ ਤੇ ਜੰਗਲਾਂ ਨੂੰ ਅੱਗਾਂ ਲੱਗ ਜਾਂਦੀਆਂ ਸੀ। ਛੋਟਾ ਜਿਹਾ ਇੱਥੇ ਬਾਲ ਦੁਆਰਾ ਸੀ। ਮੰਦਰ ਨਾ ਕੋ ਇਹਾਂ ਹੁਤੇ ਉਦਿਆਨ ਮਾਹੇ ਬਨਿਓ ਜੈਸੇ ਥਾਨ ਤੈਸੋ ਉਚਰੋ ਸੁਨੀਜੀਏ। ਮਰਦ ਕਹਿੰਦੇ ਜਿਹੋ ਜਿਹਾ ਥਾਂ ਬਣਿਆ ਸੀ ਐਵੇਂ ਬਣਿਆ ਸੀ, ਉੱਚੇ ਥੜੇ ਤੇ ਕਾਲਾ ਪੱਥਰ ਪਿਆ ਸੀ। ਕਿਉਂਕਿ ਜੇ ਕੁਝ ਚੀਜ਼ਾਂ ਦੀ ਖੋਜ ਕਰੀਏ ਨਾ, ਮੰਨ ਲਓ ਵੀ ਆ ਬ੍ਰਾਹਮਣ ਹਿੰਦੂ ਲੋਕ ਨੇ, ਕਿੱਥੋਂ ਆਏ ਆ ਜੀ? ਪੁਰਾਣਾ ਇਤਿਹਾਸ ਵੇਖੋ, ਬ੍ਰਾਹਮਣ ਆਰੀਅਨ ਹੈ। ਜਿਹੜੇ ਆਰੀਆ ਸਮਾਜੀ ਨੇ ਨਾ, ਇਹ ਆਰੀਅਨ ਲੋਕ ਨੇ। ਇਹ ਮਿਡਲ ਈਸਟ ਵਾਲੇ ਪਾਸੇ ਤੋਂ ਹੀ ਆਏ ਹੋਏ ਆ। ਆਹ ਜਿਹੜੇ ਲੋਕ ਨੇ, ਤੁਸੀਂ ਅੱਜ ਕੱਲ੍ਹ ਰੌਲਾ ਨਹੀਂ ਸੁਣਦੇ ਵੀ ਅਸੀਂ ਤਾਂ ਜੀ ਉਹ ਲੋਕਾਂ ਭੀਮ ਰਾਓ ਦੀ ਸੋਚ ਨੂੰ ਮੰਨਣ ਵਾਲੇ, ਮੂਲ ਨਿਵਾਸੀ। ਉਹਦੇ ਸੋਚੋ ਵੀ ਮੂਲ ਨਿਵਾਸੀਆਂ ਤੇ ਬ੍ਰਾਹਮਣਾਂ 'ਚ ਡੰਡਾ ਸੋਟਾ ਕਿਉਂ ਹੈ? ਬ੍ਰਾਹਮਣ ਵੀ ਇੱਦਾਂ ਆਏ ਨੇ ਜਿਵੇਂ ਮੁਗਲ ਚੱਲ ਗਏ ਆ, ਇੱਥੋਂ ਦੇ ਰਹਿਣ ਵਾਲੇ। ਮੂਲ ਨਿਵਾਸੀ ਕੌਣ ਨੇ? ਜਿਨ੍ਹਾਂ ਨੂੰ ਅੱਜ ਛੋਟੀਆਂ ਜਾਤਾਂ ਕਹਿੰਦੇ ਆ। ਆਪਾਂ ਤੇ ਸਾਰੇ ਇੱਧਰ ਉੱਧਰ ਵਾਲੇ ਹੀ ਆ। ਆਰੀਅਨ ਲੋਕ ਆਏ ਉੱਧਰੋਂ ਹੀ ਨੇ। ਕਹਿੰਦੇ ਕਿਸੇ ਬ੍ਰਾਹਮਣ ਪੰਡਤ ਨੇ, ਉਦੋਂ ਪੰਡਤ ਇੱਦਾਂ ਦੇ ਨਹੀਂ ਸੀ ਹੁੰਦੇ ਧੋਤੀਆਂ ਵਾਲੇ, ਉਹ ਬੜੀ ਬੰਦਗੀ ਵਾਲੀਆਂ ਰੂਹਾਂ, ਲੰਬੇ ਕੇਸ, ਲੰਬੇ ਦਾੜੇ, ਰੱਬ ਰੱਬ ਕਰਨ ਵਾਲੇ, ਰੱਬ ਤੇ ਭਰੋਸਾ ਰੱਖਣ ਵਾਲੇ, ਕਿਸੇ ਤੋਂ ਮੱਥਾ ਨਹੀਂ ਸੀ ਟਿਕਾਉਂਦੇ, ਕਿਸੇ ਦੀ ਪੂਜਾ ਨਹੀਂ ਸੀ ਕਰਦੇ। ਮਤਲਬ ਸੱਚੇ ਸੁੱਚੇ ਲੋਕ ਸੀ, ਭਗਤੀ ਭਾਵਨਾ ਵਾਲੇ। ਕਹਿੰਦੇ ਉਹ ਕਿਸੇ ਬ੍ਰਾਹਮਣ ਨੇ ਜਾਂਦਿਆਂ ਉੱਥੇ ਪੱਥਰ ਰੱਖ ਦਿੱਤਾ, ਉਹਦੀ ਪੂਜਾ ਕਰਦਾ ਸੀ, ਕੋਈ ਕਾਰਨ ਵਸ ਉਹ ਮੌਤ ਦੇ ਵਸ ਪੈ ਗਿਆ। ਹੁਣ ਉਸ ਸ਼ਿਵਲਿੰਗ ਦੀ ਕੋਈ ਪੂਜਾ ਕਰਨ ਵਾਲਾ ਨਹੀਂ ਸੀ, ਉੱਥੇ ਦਾ ਉੱਥੇ ਪਿਆ ਰਿਹਾ।
ਭਇਓ ਇਸ ਦੇਸ਼ ਬੀਚ ਖੁਨਕਾਰ ਭੂਪ ਏਕ ਤੁਰਕਨ ਪਖ ਵਿਖੇ ਗਾਢੋਈ ਜਿਨੀ ਜੀਏ। ਅਜੇ ਇਸਲਾਮ ਦੀ ਆਰੰਭਤਾ ਹੋਈ ਸੀ ਪੈਗੰਬਰਾਂ ਤੋਂ। ਕਹਿੰਦੇ ਇਸ ਦੇਸ਼ ਦਾ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਰਾਜਾ ਖੂਨਖਾਰ। ਨਾਮ ਵੀ ਖੂਨਖਾਰ ਹੀ ਹੈ। ਫਿਰ ਉਹ ਜੀ ਉਹ ਇਸਲਾਮ ਦੇ ਹੱਕ 'ਚ ਬੜਾ ਸੀ। ਜਦੋਂ ਕਿਸੇ ਨੇ ਆ ਕੇ ਖਬਰ ਦਿੱਤੀ ਵੀ ਇੱਥੇ ਇੱਕ ਪੱਥਰ ਪਿਆ ਉੱਚੀ ਥਾਂ ਤੇ, ਜੰਗਲ ਵਿੱਚ ਕੋਈ ਜਾਂਦਾ ਨਹੀਂ, ਜੇ ਕੋਈ ਜਾਂਦਾ ਮੱਥਾ ਟੇਕ ਜਾਂਦਾ ਹੈ। ਉਹ ਕਹਿੰਦੇ ਅਸੀਂ ਇਸਲਾਮੀ ਆ, ਅਸੀਂ ਬੁੱਤ ਪ੍ਰਸਤੀ ਨਹੀਂ ਕਰਦੇ, ਇੱਥੇ ਪੱਥਰ ਕੌਣ ਰੱਖ ਗਿਆ? ਗੁੱਸਾ ਚੜ ਗਿਆ। ਮੰਨ ਲਓ ਕੋਈ ਆਪਣੇ ਗੁਰਦੁਆਰੇ ਵਿੱਚ ਧਾਰਮਿਕ ਸਥਾਨ ਤੇ ਮੂਰਤੀ ਲਿਆ ਕੇ ਮੱਥਾ ਟੇਕ ਕੇ ਤੁਸੀਂ ਰੱਖਣ ਦਓਗੇ? ਕਦੇ ਨਹੀਂ। ਜੇ ਸੱਚੇ ਸਿੱਖ ਹੋਗੇ ਨਾ, ਚਲਾ ਕੇ ਬਾਹਰ ਮਾਰੋਗੇ ਵੀ ਇਹ ਗੁਰੂ ਨਾਨਕ ਦਾ ਘਰ ਹੈ, ਸਾਰੀ ਬਾਣੀ ਮੂਰਤੀਆਂ ਦਾ ਖੰਡਨ ਕਰਦੀ ਹੈ ਤੇ ਤੂੰ ਇੱਥੇ ਰੱਖ ਕੇ ਮੱਥਾ ਟੇਕੇਂਗਾ। ਕਿਉਂਕਿ ਬਾਣੀ ਤੇ ਕਹਿੰਦੀ ਹੈ ਕਉ ਬਤਨ ਕੋ ਪੂਜਤ ਹੈ ਬਸ ਕਉ ਮਿਰਤਨ ਕੋ ਪੂਜਤ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਤੇ ਝੂਠੀ ਦੁਨੀਆ ਝੂਠੇ ਪਖੰਡਾਂ ਜੁੜਦੀ ਹੈ। ਕਹਿੰਦੇ ਰਾਜੇ ਨੂੰ ਗੁੱਸਾ ਆ ਗਿਆ ਵੀ ਇਹ ਸਾਡੇ ਧਰਮ ਦੇ ਵਿੱਚ ਲਿਆ ਕੇ ਅੱਜ ਕਿਸੇ ਨੇ ਪੱਥਰ ਰੱਖਿਆ, ਕੱਲ੍ਹ ਨੂੰ ਕੋਈ ਇੱਕ ਮੱਥਾ ਟੇਕੂ, ਹੌਲੀ ਹੌਲੀ ਭੇਡ ਚਾਲ ਚੱਲਦੀ ਹੈ ਨਾ। ਅੱਜ ਚੰਡੀਗੜ੍ਹ ਵਾਲਿਆਂ ਨੇ ਤੇ ਪਿੱਪਲ ਦੇ ਰੁੱਖ ਬੋਰਡ ਦੇ ਕਾਹਦੇ ਲਈ ਲਾਏ ਸੀ? ਗ੍ਰੀਨ ਬੈਲਟ। ਕਿਉਂਕਿ ਜਿੰਨੇ ਸ਼ਾਸਿਤ ਪ੍ਰਦੇਸ਼ ਹੁੰਦੇ ਆ ਨਾ ਸੈਂਟਰ ਦੇ, ਉਹਨਾਂ ਦੇ ਵਿੱਚ ਹਰ ਸੈਕਟਰ ਵਿੱਚ ਇੱਕ ਜੰਗਲ ਦੀ ਥਾਂ ਛੱਡੀ ਹੁੰਦੀ ਹੈ ਗ੍ਰੀਨ ਬੈਲਟ, ਤਾਂ ਜੋ ਆਕਸੀਜਨ ਵਧੀਆ ਹੋਵੇ, ਵਾਤਾਵਰਨ ਚੰਗਾ ਹੋਵੇ ਗ੍ਰੀਨ ਬੈਲਟ ਦਾ। ਤੇ ਉਹਨਾਂ ਨੇ ਹਰ ਕਾਰਨਰ ਤੇ ਚੌਂਕ ਦੇ ਨੇੜੇ ਵੱਡੇ ਵੱਡੇ ਰੁੱਖ ਲਾਏ ਵੀ ਆਉਣ ਵਾਲੇ ਸਮੇਂ 'ਚ ਹਰੇ ਭਰੇ ਲਾਈਟਾਂ ਤੇ ਛਾਂ ਹੋਊਗੀ। ਤੇ ਆਹ ਜਿਹੜੇ ਦੂਜੇ ਤੀਜੇ ਡਿਪਾਰਟਮੈਂਟ ਸੀ ਲਾਲ ਹਰੇ ਰੈੱਡ ਗ੍ਰੀਨ, ਕਿਸੇ ਨੇ ਲਾਲ ਕੱਪੜਾ ਬੰਨ੍ਹਤਾ ਜਾ ਕੇ 2 ਦੀਵੇ ਜਗਾਤੇ, ਕਿਸੇ ਨੇ ਹਰਾ ਬੰਨ੍ਹਤਾ। ਹੌਲੀ 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 ਉੱਥੇ ਪੂਜਾ ਲਈ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਤਿਨਾਮ। ਅਗਲਿਆਂ ਕਿਹੜੇ ਕੰਮ ਲਈ ਰੁੱਖ ਲਾਏ ਤੇ ਇਹਨਾਂ ਲੋਕਾਂ ਕਿਹੜੇ ਕੰਮ ਲਈ ਲਾਏ? ਹਰ ਥਾਂ ਦੀਵਾ ਜਗਦਾ ਹੁੰਦਾ ਹੈ। ਡਰਦੇ ਲੋਕ ਕੋਲੋਂ ਨਹੀਂ ਲੰਘਦੇ, ਕਹਿੰਦੇ ਵੇਖੀ ਉਹ ਕੋਈ ਚਿੰਬੜ ਨਾ ਜਾਏ। ਮਤਲਬ ਲੋਕੀ ਆਪਣੇ ਖਿਆਲਾਂ ਤੋਂ ਹੀ ਡਰੀ ਜਾਂਦੇ ਆ। ਜਿਹੜੇ ਰੁੱਖਾਂ ਥੱਲੇ ਬਹਿਣਾ ਸੀ ਉਹਨਾਂ ਰੁੱਖਾਂ ਤੋਂ ਦੂਰ ਭੱਜਦੇ ਆ ਜਾਂ ਮੱਥਾ ਟੇਕਦੇ ਆ ਜਾ ਕੇ। ਹੁਣ ਉਹਨਾਂ ਸਮਿਆਂ 'ਚ ਰਾਜੇ ਨੇ ਸੋਚਿਆ ਵੀ ਭੇਡ ਚੱਲ ਜੂ ਵੀ ਇਹ ਪੱਥਰ ਚੱਕੂ ਇੱਥੋਂ। ਅੱਜ ਕੋਈ ਮੱਥਾ ਟੇਕਦਾ, ਕੱਲ੍ਹ ਨੂੰ ਟੇਕੂ, ਪਰਸੋਂ ਹੌਲੀ ਹੌਲੀ ਵੱਡਾ ਸਥਾਨ ਬਣ ਜਾਊਗਾ, ਸਾਡੇ ਧਰਮ ਨੂੰ ਖਤਰਾ ਹੋ ਜਾਊਗਾ। ਦੋਹਰਾ ਮਹਾਦੇਵ ਕੋ ਲਿੰਗ ਤਿਨ ਦੇਖਤ ਰਿਸ ਉਪਜਾਏ ਨਿਜ ਸੇਵਕ ਕੋ ਇਵ ਕਹਿਓ ਦੀਜੇ ਦੂਰ ਉਠਾਏ। ਜਦੋਂ ਕਹਿੰਦੇ ਉਹ ਰਾਜਾ ਆਪ ਵੇਖਣ ਆਇਆ, ਆਪਣੇ ਸੇਵਕਾਂ ਤੇ ਟੁੱਟ ਕੇ ਪੈ ਗਿਆ। ਕਹਿੰਦਾ ਸ਼ਰਮ ਕਰੋ, ਮੇਰੇ ਰਾਜ ਵਿੱਚ ਅੱਜ ਕੋਈ ਸਨਾਤਨ ਮਤ ਦਾ ਪੱਥਰ ਆ ਗਿਆ ਤੇ ਧਰਮ ਨੂੰ ਖਤਰਾ। ਕਹਿੰਦਾ ਮੇਰੀਆਂ ਅੱਖਾਂ ਸਾਹਮਣੇ ਨੂੰ ਚੁੱਕੋ ਤੇ ਮੇਰੇ ਰਾਜ ਭਾਗ ਤੋਂ ਬਾਹਰ ਸੁੱਟੋ। ਇੱਥੇ ਨਹੀਂ ਹੋਣਾ ਚਾਹੀਦਾ। ਇਹ ਹੈ ਨਫ਼ਰਤ, ਈਰਖਾ। ਪਰ ਜੇ ਕਿਤੇ ਨਾ ਕਿਤੇ ਵੇਖਿਆ ਜਾਏ ਉਹ ਆਪਣੀ ਥਾਂ ਠੀਕ ਨੇ। ਹੁਣ ਜੇ ਆਪਾਂ ਵੇਖੀਏ ਗੁਰਦੁਆਰੇ ਮੰਦਿਰ ਦੀ ਮੂਰਤੀ ਹੋ ਜੂਗੀ? ਨਹੀਂ ਨਾ, ਉਹ ਅਲੱਗ ਗੱਲ ਆ। ਲੋਕੀ ਲਾ ਕੇ ਸਭ ਕੁਝ ਕਰੀ ਜਾਂਦੇ ਆ, ਚੱਲੀ ਜਾਂਦਾ। ਅੱਜ ਕੱਲ੍ਹ ਭਗਤ ਰਵਿਦਾਸ ਜੀ ਦੇ ਨਾਂ ਤੇ ਗੁਰਦੁਆਰੇ ਬਣੇ। ਉਹ ਗੁਰਦੁਆਰੇ ਕਦੋਂ ਮੰਦਿਰ ਬਣ ਗਏ ਪਤਾ ਹੀ ਨਹੀਂ ਲੱਗਿਆ। ਕਦੋਂ ਪੀਲੇ ਨੀਲੇ ਨਿਸ਼ਾਨ ਸਾਹਿਬ ਭਗਵੇ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ। ਇਹ ਕੀ ਸੀ? ਅਸੀਂ ਸੁੱਤੇ ਪਏ ਆ, ਕਰਨ ਵਾਲੇ ਸਭ ਕੁਝ ਕਰੀ ਜਾਂਦੇ ਆ। ਭਗਤ ਰਵਿਦਾਸ ਜੀ ਦੀ ਸਾਰੀ ਬਾਣੀ ਪੜ੍ਹ ਕੇ ਦੇਖੋ, ਇੱਕ ਸ਼ਬਦ ਵਿਖਾ ਦਿਓ ਕਿਤੇ ਮੂਰਤੀ ਦੀ ਪੂਜਾ 'ਚ ਹੋਵੇ। ਹਰ ਸ਼ਬਦ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਪੱਥਰ ਨੂੰ ਤੇ ਮੂਰਤੀ ਨੂੰ। ਜਿਨ੍ਹਾਂ ਵਿਰੋਧ ਕੀਤਾ ਉਹਨਾਂ ਦੀ ਉਹ ਮੂਰਤੀ ਸਥਾਪਿਤ ਹੋ ਗਈ। ਆਖੋ ਸਤਿਨਾਮ। ਲੋ ਮਹਾਤਮਾ ਬੁੱਧ ਜੀ ਦੇ ਧਰਮ 'ਚ ਆ ਜਾਓ। ਸਭ ਤੋਂ ਵੱਧ ਮੂਰਤੀਵਾਦੀ ਦੇ ਖਿਲਾਫ ਸਨ ਮਹਾਤਮਾ ਬੁੱਧ। ਸਭ ਤੋਂ ਜ਼ਿਆਦਾ ਵਿਸ਼ਵ ਦੇ ਵਿੱਚ ਰਿਕਾਰਡ ਹੈ ਮਹਾਤਮਾ ਬੁੱਧ ਦਾ। ਉਹਨਾਂ ਦਾ ਧਰਮ ਮੂਰਤੀ ਨੂੰ ਨਹੀਂ ਮੰਨਦਾ। ਅੱਜ ਥਾਈਲੈਂਡ ਜਾ ਕੇ ਵੇਖੋ ਕਿੱਡੀਆਂ ਕਿੱਡੀਆਂ ਮੂਰਤੀਆਂ, ਥਾਂ ਥਾਂ ਤੇ ਸਟੈਚੂ ਬਣਾਤੇ ਉਹਨਾਂ ਦੇ। ਪਤਾ ਹੀ ਨਹੀਂ ਲੱਗਿਆ ਕਦੋਂ ਇਹ ਲੋਕ ਮੂਰਤੀ ਦੀ ਵਿਰੋਧਤਾ ਕਰਦੇ ਕਰਦੇ ਮੂਰਤੀ ਪੂਜਕ ਹੋ ਗਈ। ਆਹ ਚੱਲਿਆ ਦੌਰ ਸਾਡੇ 'ਚ ਵੀ ਹੈ। ਸਾਡੇ ਸ਼ਹੀਦਾਂ ਦੇ ਬੁੱਤ ਬਣਾ ਕੇ ਲਾਉਣੇ ਸ਼ੁਰੂ ਕਰਤੇ। ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਖਾਸ ਕਰਕੇ ਪੰਜਾਬ 'ਚ। ਉਹ ਤੋਂ ਬਾਅਦ ਛੋਟੀਆਂ ਛੋਟੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਣਾਤੀਆਂ, ਭੱਜ ਕੇ ਗੱਡੀ ਚਲਾ ਲਈ ਦੀ ਲੈ ਕੇ। ਉਹ ਕੀ ਹੈ? ਸਿੱਖਾਂ ਨੂੰ ਕਿਤੇ ਨਾ ਕਿਤੇ ਸਾਜ਼ਿਸ਼ ਤਹਿਤ ਮੂਰਤੀਆਂ ਦੇ ਨਾਲ ਜੋੜਿਆ ਜਾ ਰਿਹਾ ਹੈ। ਅੱਜ ਗੁਰੂ ਨਾਨਕ ਸਾਹਿਬ ਦੀ ਮੂਰਤੀ ਲੈ ਕੇ ਆਉਣਗੇ, ਕੱਲ੍ਹ ਨੂੰ ਕਿਸੇ ਸ਼ਹੀਦ ਦੀ ਲੈ ਕੇ ਆਉਣਗੇ, ਪਰਸੋਂ ਕਿਸੇ ਹੋਰ ਦੀ ਲੈ ਕੇ ਆਉਣਗੇ। ਆਦਤ ਤੇ ਪੈ ਜਾਣੀ ਆ। ਕਿਉਂਕਿ ਇਹ ਸਭ ਦੀ ਵੱਡੀ ਕਮਜ਼ੋਰੀ ਹੈ ਵੀ ਜਿੱਦਣ ਸਿੱਖ ਮੂਰਤੀ ਪੂਜਾ 'ਚ ਆ ਗਿਆ ਤੇ ਖਾਲਸਾ ਖਾਲਸਾ ਹੀ ਰਹਿੰਦਾ। ਬਚੀਏ ਇਹਨਾਂ ਚੀਜ਼ਾਂ ਤੋਂ, ਸਾਵਧਾਨ ਹੋਈਏ, ਗੱਲਾਂ ਨਾਲ ਸਿੱਖ ਨਾ ਬਣੀਏ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਰਾਜਾ ਖੂਨ ਖਾਨ ਇੰਨੇ ਗੁੱਸੇ ਵਿੱਚ ਆਇਆ, ਉਹਨੇ ਉਹ ਪੱਥਰ ਚੁੱਕਿਆ, ਰਾਜ ਦੀ ਹੱਦ ਤੋਂ ਦੂਰ ਸੁੱਟ ਦਿੱਤਾ ਏ। ਕਬਿਤ
ਭੇਜੇ ਜਬ ਦਾਸ ਭਈ ਪਾਵਕ ਪ੍ਰਕਾਸ਼ ਬਹੁ ਦੇਸ਼ ਔ ਬਦੇਸ਼ ਦਾਹ ਲਾਗਿਓ ਹੈ ਅਚਾਨਕੀ। ਪੱਥਰ ਚੁੱਕਣ ਦੀ ਦੇਰ ਸੀ, ਕਹਿੰਦੀ ਐਸੀ ਖੇਡ ਵਾਪਰੀ ਉਸ ਜੰਗਲ ਨੂੰ ਅੱਗ ਲੱਗੀ, ਜਿੱਥੇ ਸੁੱਟਿਆ ਉਸ ਇਲਾਕੇ 'ਚ ਰਾਜੇ ਦੇ ਮਹਿਲਾਂ 'ਚ ਅੱਗ ਲੱਗੀ, ਜਿੱਧਰ ਵੇਖੇ ਫਾਇਰ ਫਾਇਰ ਆ ਗਿਆ। ਰਾਜਾ ਬੜਾ ਪਰੇਸ਼ਾਨ, ਕਹਿੰਦਾ ਹੋ ਕੀ ਗਿਆ? ਵਿੱਚੋਂ ਸਿਆਣੇ ਬੰਦੇ ਵੀ ਹੁੰਦੇ ਆ, ਕਹਿੰਦੇ ਰਾਜਨ ਸ਼ਹਿਨਸ਼ਾਹ ਜੀ ਸਾਨੂੰ ਇਦਾਂ ਲੱਗਦਾ ਹੈ ਵੀ ਇਸ ਪੱਥਰ ਨੂੰ ਚੁੱਕਣ ਤੋਂ ਪਹਿਲਾਂ ਮਾਹੌਲ ਠੀਕ ਸੀ, ਚੁੱਕ ਕੇ ਸੁੱਟਿਆ ਤੇ ਭਾਂਬੜ ਮੱਚ ਗਏ, ਕਿਤੇ ਕਿਲਿਆਂ ਦੀਆਂ ਕੰਧਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਪਾਣੀ ਤੇ ਹੈ ਹੀ ਨਹੀਂ ਸੀ ਅੱਗ ਬੁਝਾਉਣ ਵਾਸਤੇ, ਰੇਤਾ ਪਾ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ, ਮਹਿਲਾਂ ਤੋਂ ਲੈ ਕੇ ਚਾਰ ਦੀਵਾਰੇ ਚੌਂਕਾਂ ਤੱਕ ਅੱਗ ਫੈਲ ਗਈ। ਨਗਰ ਅਗਾਰ ਬੀਥੀ ਚੌਹਟੇ ਬਾਜ਼ਾਰ ਜਰੇ ਉੱਚੀ ਰਾਜਧਾਨੀ ਭੂਪ ਹੂ ਕੀ ਸਭ ਹਾਨ ਕੀ। ਕਹਿੰਦੇ ਰਾਜੇ ਦੀ ਰਾਜਧਾਨੀ ਸੜ ਕੇ ਸਵਾਹ ਹੋ ਗਈ ਜੀ, ਵੱਡੀਆਂ ਵੱਡੀਆਂ ਗਲੀਆਂ, ਦੁਕਾਨਾਂ, ਬਾਜ਼ਾਰ, ਚੌਂਕ, ਮਰਹੱਡੇ, ਹਰ ਥਾਂ ਅੱਗ ਲੱਗੀ। ਹੁਣ ਐਡੀ ਅੱਗ ਨੂੰ ਕੌਣ ਕੰਟਰੋਲ ਕਰੇ ਜੀ? ਜਿੱਧਰ ਦੇਖੋ ਧੂੰਆਂ ਹੀ ਧੂੰਆਂ ਅਸਮਾਨ ਨੂੰ ਚੜਿਆ, ਹਾਹਾਕਾਰ ਪ੍ਰਜਾ ਵਿੱਚ ਮਚ ਗਈ। ਹੁਣ ਰਾਜਾ ਗੁੱਸਾ ਕਰਕੇ ਆਇਆ ਸੀ, ਪੱਥਰ ਬਾਹਰ ਸੁੱਟੋ, ਪਰ ਹੁਣ ਕੀ ਹੋ ਗਿਆ? ਜਦੋਂ ਨੁਕਸਾਨ ਹੋ ਜੇ ਨਾ ਤੇ ਸੁਭਾਵਿਕ ਗੱਲ ਹੈ ਬੰਦਾ ਮੈਂਟਲੀ ਤੌਰ ਤੇ ਆਪਣੇ ਆਪ ਨੂੰ ਟੌਰਚਰ ਕਰਦਾ ਹੈ। ਆ ਪਿੰਡਾਂ ਦੇ ਲੋਕ ਨੇ ਜੀ, ਇੱਕ ਦਿਨ ਗਾਂ ਮੱਝ ਘਰੇ ਲੈ ਕੇ ਆਏ ਆ, ਸੂਈ ਆ, ਮੱਥਾ ਟੇਕਣ ਨਹੀਂ ਨਾ ਗਏ, ਦੁੱਧ ਘਟ ਗਿਆ, ਬਿਮਾਰ ਹੋ ਗਈ, ਕਹਿੰਦੇ ਦੇਖ ਲਾ ਪੀਰ ਦੇ ਦੁੱਧ ਨਹੀਂ ਸੀ ਚੜਾਇਆ ਬਾਬੇ ਦੇ, ਬਾਬਾ ਲੈ ਬੈਠਾ ਮੱਝ ਨੂੰ, ਆਖੋ ਸਤਨਾਮ। ਅੱਗ ਲੱਗੇ ਇਹੋ ਜਿਹਾ ਬਾਬਾ ਉਹ ਜਿਹੜਾ ਮੱਝ ਦਾ ਦੁਸ਼ਮਣ ਬਣਿਆ ਫਿਰਦਾ ਹੈ, ਅਣਬੋਲ ਧਨ ਦਾ। ਇਹ ਕੀ ਗੱਲ ਹੈ? ਡੈਨਮਾਰਕ ਜਾ ਕੇ ਵੇਖੋ 100 ਲੀਟਰ ਕੱਲੀ ਕੱਲੀ ਗਾਂ ਦੁੱਧ ਦਿੰਦੀ, ਉੱਥੇ ਕੋਈ ਸ਼ੇਖ ਪੱਤਾ ਨਹੀਂ, ਉੱਥੇ ਕੋਈ ਖੀਰ ਨਹੀਂ ਚੜ੍ਹਦੀ, ਉੱਥੇ ਕੋਈ ਮੱਥਾ ਨਹੀਂ ਟੇਕਦਾ। ਇਹ ਕੀ ਹੈ? ਲੋਕੀ ਆਪਣੇ ਖਿਆਲਾਂ ਤੋਂ ਡਰੀ ਜਾਂਦੇ, ਆਪ ਹੀ ਖਿਆਲ ਕਰਦੇ, ਆਪ ਹੀ ਨੈਗੇਟਿਵ ਹੋ ਕੇ ਉਧਰ ਜੋੜ ਲੈਂਦੇ ਆ। ਹੁਣ ਬਿਮਾਰੀ ਠਮਾਰੀ ਤੇ ਬੰਦਿਆਂ 'ਚ ਵੀ ਹੈ ਤੇ ਪਸ਼ੂਆਂ 'ਚ, ਪਰ ਇੱਕ ਮੰਨਤਾ ਚੱਲਦੀ ਹੈ, ਸਿੱਖਾਂ ਦੇ ਘਰਾਂ 'ਚ ਵੀ ਚੱਲੀ ਜਾਂਦੀ ਹੈ ਵੀ ਸਾਡੀ ਗਾਂ ਮੱਝ ਦਾ ਦੁੱਧ ਪਹਿਲਾਂ ਫਲਾਣੀ ਥਾਂ ਤੇ ਚੜ੍ਹਦਾ ਹੈ ਜੀ, ਫਲਾਣੀ ਸਮਾਧੀ ਤੇ ਚੜ੍ਹਦਾ ਹੈ, ਗੁਰਦੁਆਰੇ ਨਾ ਲੈ ਕੇ ਆਇਓ, ਔਖਾ ਹੈ। ਕਿਉਂਕਿ ਤੁਸੀਂ ਜਿੱਥੇ ਜੁੜੇ ਉੱਥੋਂ ਨਿਕਲ ਹੀ ਨਹੀਂ ਸਕਦੇ, ਐਡਾ ਖਤਰਾ ਪੈ ਗਿਆ ਸਾਨੂੰ। ਫਿਰ ਅਸੀਂ ਕਹਿੰਦੇ ਸਾਡੀ ਕੌਮ ਵੱਖਰੀ ਹੈ, ਅਸੀਂ ਸੰਗਤ ਨੂੰ ਨਹੀਂ ਛਕਾ ਸਕਦੇ, ਪੱਥਰਾਂ ਦੇ ਰੋੜ ਸਕਦੇ ਹਾਂ, ਗਰੀਬਾਂ ਨੂੰ ਨਹੀਂ ਪਿਲਾ ਸਕਦੇ, ਖੀਰਾਂ ਬਣਾ ਕੇ ਚੜਾ ਸਕਦੇ ਹਾਂ, ਡੋਲ ਸਕਦੇ ਹਾਂ, ਕਿਉਂਕਿ ਜੋ ਚੱਲੇ ਆਉਂਦਾ। ਹੁਣ ਜੇ ਚੱਲੇ ਆਉਂਦਾ, ਪੁਰਾਣੇ ਲੋਕ ਧੋਤੀਆਂ ਪਾਉਂਦੇ ਸੀ, ਤੁਸੀਂ ਕਿਉਂ ਨਹੀਂ ਪਾਉਂਦੇ? ਫਿਰ ਜੇ ਚੱਲੇ ਆਉਂਦਾ, ਚਲੋ ਬੀਬੀਆਂ ਨੇ ਤੇ ਪਾਲੇ ਪਲਾਜੋ ਜੇ ਘੱਗਰੇ ਜੇ ਪੁਰਾਣੇ, ਤੁਸੀਂ ਵੀ ਪਾਓ ਨਾ। ਫਿਰ ਇਹ ਤੇ ਰਵਾਇਤ ਪੁਰਾਣੀ ਚੱਲੀ ਆਈ ਹੈ ਜੀ। ਉਹ ਸੰਮਾਂ ਵਾਲੀਆਂ ਡਾਂਗਾ ਰੱਖਦੇ ਸੀ, ਤੁਸੀਂ ਕਿਉਂ ਆਈਫੋਨ ਚੱਕੀ ਫਿਰਦੇ? ਚੱਕੋ ਫਿਰ, ਇਹ ਵੀ ਤੇ ਰਵਾਇਤ ਹੈ, ਇਹ ਵੀ ਮਰਿਆਦਾ ਏ। ਪੁਰਾਣੇ ਲੋਕ ਸਾਡੇ ਗੱਡਿਆਂ ਤੇ ਜਾਂਦੇ, ਤੁਸੀਂ ਮਰਥੜੀ ਕਿਉਂ ਲਈ ਫਿਰਦੇ ਹੋ? ਆਓ ਫਿਰ ਗੱਡੇ ਤੇ ਕਥਾ ਸੁਣ ਲਾ, ਇਹ ਤੇ ਮਰਿਆਦਾ ਜੀ, ਪੁਰਾਣੀ ਰਵਾਇਤ ਹੈ। ਹਾਂ, ਜਦੋਂ ਧਰਮ ਦੀ ਗੱਲ ਆ ਜੇ, ਕੋਈ ਇਦਾਂ ਦਾ ਪਖੰਡ ਹੋ ਜੇ, ਉਹ ਰਵਾਇਤ ਹੁੰਦੀ ਹੈ। ਤੇ ਜਦ ਕੋਈ ਮਾਡਰਨ ਗੱਲ ਆ ਜੇ, ਕਹਿੰਦੇ ਨਹੀਂ ਜੀ ਇਹ ਐਟੀਟਿਊਡ ਆ ਸਾਡਾ। ਦੁਨੀਆ ਬਦਲ ਗਈ, ਜੇ ਦੁਨੀਆ ਬਦਲੀ ਤੁਸੀਂ ਕਦੋਂ ਬਦਲੋਗੇ? ਅੱਜ ਸਮਾਜ ਕਿਹੜੇ ਪਾਸੇ ਤੁਰਿਆ ਫਿਰਦਾ? ਕਹਿੰਦੇ ਜਦੋਂ ਰਾਜੇ ਖੂਨਖਾਰ ਨੇ ਵੇਖਿਆ, ਉਹਨੂੰ ਸਮਝਾਇਆ, ਸਮਝ ਪਤਾ ਕਦੋਂ ਆਈ? ਜਦੋਂ ਅੱਧਾ ਸ਼ਹਿਰ ਰਾਜਧਾਨੀ ਸੜ ਕੇ ਸਵਾਹ ਹੋ ਗਈ। ਕਹਿੰਦਾ ਐਂ ਕਰੋ ਫਿਰ ਪੱਥਰ ਸ਼ਰੀਫ ਲੈ ਆਓ, ਸਾਡੇ ਨਾਮ ਜਿਹਨੂੰ ਪੱਥਰ ਕਹਿ ਕੇ ਸੁੱਟਿਆ, ਹੁਣ ਪੱਥਰ ਸ਼ਰੀਫ ਹੋ ਗਏ, ਲੈ ਆਓ, ਲੈ ਕੇ ਆਓ, ਇੱਥੇ ਪੂਜਾ ਕਰੋ। ਐਸੇ ਸੋ ਪ੍ਰਤਾਪ ਦੇਖ ਹਾਥ ਜੋਰ ਠਾਂਡ ਪਏ ਹਿਰਦੇ ਤੇ ਬਿਸਾਰੀ ਜੋ ਪੂਤੀ ਰੀਤ ਮਾਨ ਕੀ। ਹੁਣ ਇੱਥੇ ਗੱਲ ਚੱਲੀ, ਕਹਿੰਦੇ ਨਾ ਕੋਈ ਬ੍ਰਾਹਮਣ ਨੂੰ ਜਾਣਦਾ ਸੀ, ਮੁੱਲਾ ਨੂੰ ਅਰਦਾਸ ਨਹੀਂ ਸੀ ਕਰਨੀ ਹੁੰਦੀ, ਕਿਉਂਕਿ ਮੰਨਦੇ ਨਹੀਂ। ਰਾਜਾ ਕਹਿੰਦਾ ਕੋਈ ਭਲਾ ਜਾ ਬੰਦਾ ਉੱਠ ਕੇ ਗਲ ਪੱਲਾ ਪਾ ਕੇ ਪੱਥਰ ਅੱਗੇ ਅਰਦਾਸ ਕਰੋ ਵੀ ਰੱਬਾ ਮੇਰਿਆ ਸਾਥੋਂ ਹੋ ਗਈ ਗਲਤੀ, ਅੱਗੋਂ ਨਹੀਂ ਕਰਦੇ, ਬਖਸ਼ ਲੈ। ਦੇਖੋ ਜੀ, ਅਰਦਾਸ ਦੀ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਬੋਲੀ ਨਹੀਂ, ਕੋਈ ਲੈਂਗੁਏਜ ਨਹੀਂ। ਤੁਸੀਂ ਕਹੋ ਜੀ ਅਰਦਾਸ ਪੰਜਾਬੀ ਵਿੱਚ ਹੀ ਹੁੰਦੀ ਹੈ, ਫਿਰ ਅੰਗਰੇਜ਼ ਵਿਚਾਰੇ ਕਿੱਥੇ ਜਾਣਗੇ ਜੀ? ਅਰਬ ਵਾਲੇ ਕਿੱਥੇ ਜਾਣਗੇ? ਚਾਈਨਾ ਵਾਲੇ ਕਿੱਥੇ ਜਾਣਗੇ? ਬਾਕੀ ਕਿੱਥੇ ਜਾਣਗੇ ਵੀ ਜੇ ਇਕੱਲੀ ਪੰਜਾਬੀ 'ਚ ਹੈ? ਨਹੀਂ, ਅਰਦਾਸ ਦਿਲ ਤੋਂ ਹੁੰਦੀ ਹੈ। ਉਹ ਦਿਲ ਤੋਂ ਕੀਤੀ ਅਰਦਾਸ ਹਾਥੀ ਵੀ ਕਰਦਾ, ਕੀੜੀ ਵੀ ਕਰਦੀ ਹੈ। ਹੁਣ ਉਹਨਾਂ ਨੂੰ ਤੇ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਤੇ ਕਹਿਣਾ ਨਹੀਂ ਆਉਂਦਾ ਪ੍ਰਥਮ ਭਗਉਤੀ ਸਮਰਪਿਆ ਗੁਰੂ ਨਾਨਕ ਲੈਤੇ ਆ, ਕੀ ਨਹੀਂ ਸੁਣੋ ਉਹਨਾਂ ਦੀ? ਸੁਣਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਅਰਦਾਸ ਉਹਨੂੰ ਕਹਿੰਦੇ ਆ। ਤੁਹਾਡੇ ਹਿਰਦੇ ਚੋਂ ਪਿਆਰ ਦੇ ਨਿਕਲੇ ਸ਼ਬਦਾਂ ਨੂੰ ਅਰਜ ਪਲੱਸ ਦਸਤ ਅਰਦਾਸ ਦਾ ਗੁਲਦਸਤਾ ਕਹਿੰਦੇ ਆ।
ਅੰਦਰੋਂ ਕੀ ਨਿਕਲਦਾ। ਕਹਿੰਦੇ ਉੱਥੇ ਖੜ ਕੇ ਅਰਦਾਸ ਕਰਤੀ, ਸਾਨੂੰ ਮਾਫ ਕਰ ਦਿਓ, ਗਲਤੀ ਹੋ ਗਈ, ਇਹਨੂੰ ਸਥਾਪਿਤ ਕਰਾਂਗੇ। ਕਹਿੰਦੇ ਰਾਜਾ ਰਾਤ ਨੂੰ ਸੁੱਤਾ, ਇਹਦੇ ਮੁਤਾਬਕ ਇਤਿਹਾਸ ਦੀ ਭਵਿੱਖਬਾਣੀ ਹੋਈ। ਕਹਿੰਦੇ ਥਾਂ ਨੂੰ ਸੋਹਣਾ ਬਣਾ, ਇਹ ਪੱਥਰ ਜੰਨਤ ਤੋਂ ਆਇਆ ਹੈ, ਰੱਬ ਦੇ ਘਰ ਦਾ ਏ, ਇਹਦੀ ਪੂਜਾ ਕਰਨੀ ਸ਼ੁਰੂ ਕਰੋ। ਬੰਦੇ ਬਾਰ ਬਾਰ ਬਹੁ ਬੇਨਤੀ ਬਖਾਨ ਬਾਣੀ, ਦਾਸ ਪਇਓ ਆਏ ਪਦ ਕਹੇ ਨਿਜ ਪਾਨ ਕੀ। ਤੇ ਰਾਜੇ ਨੇ ਆਪ ਮੱਥਾ ਟੇਕਿਆ ਹੈ, ਮੁਸਲਮਾਨ ਅੰਦਰ ਨਫ਼ਰਤਾ ਕਾਹਨੂੰ ਜਾਵੇ। ਮੱਥਾ ਟੇਕ ਲਿਆ, ਪਰ ਇਸਲਾਮ ਵਾਲੇ ਕੀ ਕਹਿਣਗੇ, ਕੱਲ੍ਹ ਨੂੰ ਮੌਲਵੀ ਕਾਜੀ ਸ਼ਰਾ ਲਾ ਦੇਣਗੇ ਵੀ ਇਹ ਤੇ ਆਪ ਪੱਥਰ ਮੱਥੇ ਟੇਕਦਾ ਫਿਰਦਾ ਹੈ। ਰਾਜਾ ਕਹਿੰਦਾ ਇਦਾਂ ਕਰੋ, ਓਏ ਓਏ ਇਹਨੂੰ ਸਥਾਪਿਤ ਕਰੋ, ਆਲੇ ਦੁਆਲੇ ਬਣਾਓ ਕਮਰਾ, ਬਸ ਇਹ ਕਹਿ ਦੋ ਵੀ ਇਹ ਖੁਦਾ ਵੱਲੋਂ ਭੇਜਿਆ, ਅੱਖਾਂ ਬੰਨ ਕੇ ਮੱਥਾ ਟਿਕਾਓ, ਆਖੋ ਸਤਿਨਾਮ, ਆਪਣਾ ਖਹਿੜਾ ਛੁੱਟ ਜਾਓ, ਕਿਸੇ ਨੇ ਕੁਝ ਕਹਿਣਾ ਹੀ ਨਹੀਂ। ਕਿਉਂਕਿ ਰਾਜੇ ਲੋਕ ਜੋ ਕਰ ਦੇਣ ਲੋਕ ਉਹਨੂੰ ਧਰਮ ਸਮਝਦੇ। ਕੋਈ ਲੀਡਰ ਆ ਕੇ ਕਿਸੇ ਚੀਜ਼ ਦੀ ਗ੍ਰਾਂਟ ਦੇ ਜੇ ਆਖੇ ਇੱਥੇ ਵੱਡੀ ਮੂਰਤੀ ਲਾਵਾਂਗੇ, ਹੌਲੀ 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 ਲੋਕ ਉਧਰ ਨੂੰ ਹੋ ਜਾਂਦੇ। ਜੋ ਦਿਖਾਉਂਦੇ ਆ, ਜੋ ਚਲਾਉਂਦੇ, ਉਹ ਮੰਨੀ ਜਾਂਦੇ ਆ। ਇੱਕ ਧਾਰਮਿਕ ਬੰਦਾ ਗੁਰਦੁਆਰੇ ਆ ਜੇ, ਉਹਨੂੰ ਲੋਕੀ ਕਹਿੰਦੇ ਉਹ ਤੂੰ ਚੋਰੀ ਕੀਤੀ, ਗੁਰਦੁਆਰੇ ਕਿੱਥੋਂ ਵੜ ਗਿਆ। ਇੱਕ ਬੰਦਾ ਲੱਖਾਂ ਦਾ ਕਤਲੇਆਮ ਕਰਕੇ ਗੁਰਦੁਆਰੇ ਆ ਜੇ, ਹੋਵੇ ਪਾਪੀ, ਅੰਤਾਂ ਦੇ ਪਾਪ ਕਰਦਾ, ਨਿੱਤ ਦਾ ਸ਼ਰਾਬੀ ਹੈ, ਤੇ ਸਾਡੇ ਵਾਲਾ ਲਾਣਾ ਨਾ ਬੰਨੀਆਂ ਬਣਾਈਆਂ ਪੱਗਾਂ ਚੁੱਕੀ ਫਿਰਦਾ ਹੁੰਦਾ ਵੀ ਹੁਣ ਆ ਇਹਦੇ ਸਿਰ ਤੇ ਰੱਖ ਦਿਓ ਜੀ, ਅੱਜ ਫਲਾਣਾ ਸਾਹਿਬ ਸਾਡੇ ਗੁਰਦੁਆਰੇ ਆਇਆ। ਲੈ ਦੱਸ, ਚਮਚਾਗਿਰੀਆਂ ਨਹੀਂ। ਆ ਕੋਈ ਟੁੱਟਿਆ ਜਾਂ ਇੱਥੇ ਰੈਲੀ ਕਰਨ ਆਉਂਦਾ ਹੈ, ਜਿਹਨੇ ਸਾਰੀ ਜ਼ਿੰਦਗੀ ਪੱਗ ਵਾਲਿਆਂ ਤੋਂ ਡਾਡਾ ਟਾਈਮ ਕੱਟਿਆ ਹੋਵੇ, ਨਹੀਂ ਰੱਖਦੇ ਸਿਰ ਤੇ ਪੱਗਾਂ, ਮਜ਼ਾਕ ਨਹੀਂ ਬਣਾਇਆ ਸਿੱਖਾਂ ਨੇ। ਤੇ ਕੋਈ ਕਿਸੇ ਦੀ ਪੱਗ ਨੂੰ ਹੱਥ ਪਾ ਲੇ ਤੇ ਚੀਕਾਂ ਛੱਡ ਦਿੰਦੇ ਆ, ਹਾਏ ਪੱਗ ਦੀ ਬੇਅਦਬੀ, ਹਾਏ ਪੱਗ ਦੀ ਬੇਅਦਬੀ। ਜਦ ਲੀਡਰ ਕਰੇ ਫਿਰ ਕਹਿੰਦੇ ਤੇ ਮਾਣ ਸਤਿਕਾਰ ਆਖੋ ਸਤਿਨਾਮ, ਗਰੀਬ ਕਰੇ ਤੇ ਫਿਰ ਪੱਗ ਦੀ ਬੇਅਦਬੀ। ਹੁੰਦਾ ਨਾ ਅੱਜ, ਤੇ ਉਦੋਂ ਕੋਈ ਨਹੀਂ ਬੋਲਦੇ। ਰੈਲੀਆਂ ਵੇਲੇ ਇੱਕ ਦੂਜੇ ਦੇ ਸਿਰਾਂ ਤੇ ਪੱਗਾਂ ਰੱਖਦੇ ਆ, ਜਿਨ੍ਹਾਂ ਦੇ ਸਿਰ ਤੇ ਜੈਲ ਲੱਗੀ ਹੁੰਦੀ, ਕਿਤੇ ਪੱਗ ਪਾ ਲਾ ਧੱਕੇ ਨਾਲ ਫੋਟੋ ਖਿਚਾ ਦਿੰਦੇ, ਫਲਾਣੇ ਨੇ ਕੇਸਰੀ ਪੱਗ ਬੰਨ ਲਈ। ਅੱਜ ਇਹ ਪਖੰਡ ਚੱਲਦਾ ਹੈ। ਕਹਿੰਦੇ ਰਾਜੇ ਨੇ ਜੀ ਉਸ ਵੇਲੇ ਹੁਕਮ ਕੀਤਾ, ਕਿਵੇਂ ਨਾ ਕਿਵੇਂ ਇਸ ਪੱਥਰ ਨੂੰ ਇਹਦੇ ਅੰਦਰ ਰੱਖਿਆ ਜਾਵੇ, ਚਾਰ ਦੀਵਾਰੀ ਦੇ, ਇਸਲਾਮ ਦੇ ਵਿੱਚ ਪਿਰਤ ਪਾਈ ਜਾਏ, ਇਹਨੂੰ ਨਮਸਕਾਰ ਕਰੋ। ਪਰ ਇਸਲਾਮ ਇਸ ਗੱਲ ਨੂੰ ਨਹੀਂ ਮੰਨਦਾ, ਮੁੱਢੋਂ ਰੱਦ ਕਰਦਾ ਹੈ। ਪਰ ਗੁਰੂ ਸਾਹਿਬ ਜੋ ਸੁਣਾ ਰਹੇ ਆ, ਕਿਤੇ ਤਾਂ ਸੱਚ ਹੋਊਗਾ, ਕੁਛ ਤੇ ਹੋਣਾ ਨਾ, ਮੰਨਤਾ ਹੋਏਗੀ ਕੋਈ। ਕਹਿੰਦੇ ਉਸ ਵੇਲੇ ਉਹ ਰਾਜੇ ਨੇ ਕਿਹਾ ਵੀ ਇਹਦੀ ਪੂਜਾ ਜ਼ਰੂਰੀ ਜੇ ਆਪਣਾ ਰਾਜ ਭਾਗ, ਆਪਣਾ ਦੇਸ਼ ਬਚਾਉਣਾ ਏ। ਕਵਿਤ ਭਈ ਜਬ ਰੈਨ ਤਾਂ ਸੋ ਸੁਬਨੇ ਮੈਂ ਕਹੇ ਬੈਨ, ਇਸੀ ਠੌਰ ਮੇਰੋ ਭਲ ਮੰਦਰ ਬਣਾਈਏ। ਰਾਤ ਨੂੰ ਆਵਾਜ਼ ਆਈ ਸੁਪਨੇ ਵਿੱਚ, ਉਹ ਰਾਜੇ ਅੱਜ ਬਚਣਾ ਤੇ ਪਰਜਾ ਬਚਾਉਣੀ, ਤੂੰ ਬੇਅਦਬੀ ਕੀਤੀ ਆ, ਇਹ ਥਾਂ ਤੇ ਮੰਦਰ ਬਣਾ ਦੇ। ਕਹਿੰਦਾ ਜੀ ਸੱਤ ਬਚਾ। ਸਮਾਂ ਸਮਾਪਤ ਹੈ। ਬੜੀ ਪਿਆਰੀ ਕਥਾ ਮੱਕਾ ਸ਼ਰੀਫ ਦੀ ਚੱਲਦੀ ਹੈ, ਖਾਨਾ ਕਾਬਾ ਸ਼ਰੀਫ ਦੀ ਚੱਲਦੀ ਹੈ। ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੱਕੇ ਦੀ ਕੰਧ ਤੋਂ ਬਾਹਰ, ਕਾਬਾ ਸ਼ਰੀਫ ਦੀ ਕੰਧ ਤੋਂ ਬਾਹਰ ਬਹਿ ਕੇ ਗੁਫ਼ਤਗੂ, ਵਿਚਾਰ ਚਰਚਾ ਚੱਲਦੀ ਹੈ। ਜੋ ਜੋ ਹੋਏਗਾ, ਕਿਵੇਂ ਕਿਵੇਂ ਹੋਏਗਾ, ਕੀ ਚੋਜ ਵਰਤਣਗੇ, ਸਤਿਗੁਰਾਂ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ।